ਗੁਰੂ ਆਏ 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 ਗੁਰੂ ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਨੇ, ਸਾਧੂਆਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ। ਜਿੰਨਾ ਵੀ ਉਪਦੇਸ਼ ਦਿੱਤਾ ਜਾ ਰਿਹਾ ਹੈ ਸਾਰਾ ਆਪਣੇ ਮਨ ਨੂੰ ਸਮਝਾਇਆ ਜਾਂਦਾ। ਹੁਣ ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਜਾਂ ਇਹ ਸਿਮਰਨ ਅਭਿਆਸ ਕਰਦੇ ਹਾਂ ਜਾਂ ਸਤ ਸੰਗਤ ਕਰਦੇ ਹਾਂ, ਇਹ ਸਾਰਾ ਕੁਛ ਕਰਨ ਦਾ ਮਕਸਦ ਹੈ ਵੀ ਸਾਡੇ ਮਨ ਨੂੰ ਸਮਝ ਲੱਗ ਜੇ ਬਈ ਮੈਂ ਇੱਥੇ ਕੀ ਕਰਨ ਵਾਸਤੇ ਆਇਆ, ਮੇਰਾ ਇੱਥੇ ਆਉਣ ਦਾ ਕੀ ਮਕਸਦ ਸੀ, ਕਾਹਦੇ ਵਾਸਤੇ ਮਾਨਸ ਜਾਮਾ ਮਿਲੇ ਹੈ। ਹੁਣ ਇਹ ਮਾਨਸ ਜਾਮੇ ਦਾ ਕੀ ਮਨੋਰਥ ਹੈ ਅਤੇ ਕਿਵੇਂ ਇਸ ਨੂੰ ਮੈਂ ਪੂਰਾ ਕਰਕੇ ਆਪਣੇ ਘਰ ਵਾਪਸ ਜਾਣਾ, ਆਪਦੇ ਮੂਲ ਦੇ ਵਿੱਚ ਸਮਾਉਣਾ। ਇਸ ਵਾਸਤੇ ਫਿਰ ਇਹ ਸਾਰਾ ਭੇਤ, ਸਾਰੀ ਸੋਝੀ ਸਾਡੇ ਮਨ ਨੂੰ ਦਿੱਤੀ ਜਾਂਦੀ, ਸਾਰਾ ਉਪਦੇਸ਼ ਮਨ ਨੂੰ ਦਿੱਤਾ ਜਾਂਦਾ। ਹੁਣ ਜਿਸ ਨੂੰ ਉਪਦੇਸ਼ ਦਿੱਤਾ ਜਾ ਰਿਹਾ, ਜਿਹਨੂੰ ਸਮਝਾਇਆ ਜਾ ਰਿਹਾ, ਜੇ ਉਹ ਸੁੱਤਾ ਪਿਆ ਹੋਵੇ ਤਾਂ ਫਿਰ ਆਪਾਂ ਸਮਝਾਉਣਾ ਕਿਹਨੂੰ? ਜਿਹਨੂੰ ਸਮਝਾਇਆ ਜਾ ਰਿਹਾ ਜੇ ਉਹ ਸੁੱਤਾ ਹੋਵੇ ਤੇ ਫਿਰ ਆਪਾਂ ਕਿਹਨੂੰ ਗੁਰਬਾਣੀ ਨੂੰ ਸੁਣਾਉਣਾ? ਫਿਰ ਆਪਾਂ ਕਾਹਦੇ ਵਾਸਤੇ ਕਰਦੇ ਹਾਂ ਜੀ? ਕਿਉਂਕਿ ਜਿਹਨੂੰ ਸਤਿਗੁਰੂ ਕਹਿੰਦੇ ਵੀ ਸੁਣਾਉਣਾ, ਉਹ ਤਾਂ ਸੁੱਤਾ ਪਿਆ। ਹੁਣ ਸੁੱਤਾ ਕਿਵੇਂ ਹੈ? ਉਹ ਫਿਰ ਸਾਨੂੰ ਦੱਸਦੇ ਵੀ ਭਰਮ ਦੇ ਵਿੱਚ ਸੁੱਤਾ, ਵਿਚਾਰਾਂ ਦੇ ਵਿੱਚ ਸੁੱਤਾ, ਮਾਇਆ ਦੇ ਵਿੱਚ ਸੁੱਤਾ। ਉਹਦਾ ਆਪਣਾ ਮਨ ਕੋਈ ਸੌਣ ਵਾਲੀ ਚੀਜ਼ ਨਹੀਂ ਹੈ, ਜੋਤ ਸਰੂਪ, ਪ੍ਰਕਾਸ਼ ਰੂਪ। ਸੁੱਤਾ ਇਹਨੂੰ ਉਦੋਂ ਆਖਿਆ ਜਾਂਦਾ ਜਦੋਂ ਇਹ ਵਿਚਾਰਾਂ 'ਚ, ਬਈ ਵਿਚਾਰਾਂ 'ਚ ਭਰਮ ਦੇ ਵਿੱਚ ਜਾ ਕੇ ਸੌਂ ਗਏ। ਹੁਣ ਕਿਵੇਂ ਸੁੱਤਾ? ਮਾਰੇ ਕਹਿੰਦੇ ਵੀ ਜਿਹੜੇ ਨੇਤਰ ਸੀ
ਇਹ ਸੌਂ ਗਏ ਪਰਾਇਆ ਤਨ ਆਕਾਰਾਂ ਨੂੰ, ਮਾਇਆ ਨੂੰ ਦੇਖ ਦੇਖ ਕੇ। ਜਿਹੜੇ ਸਾਡੇ ਕੰਨ ਸੀ ਇਹ ਪਰਾਈ ਨਿੰਦਿਆ ਸੁਣ ਸੁਣ ਕੇ ਸੌਂ ਗਏ। ਨੇਦਰ ਦੇਖ ਦੇਖ ਕੇ ਸੌਂ ਗਏ ਮਾਇਆ ਨੂੰ, ਤੇ ਕੰਨ ਨਿੰਦਿਆ ਸੁਣ ਕੇ ਸੌਂ ਗਈ। ਤੇ ਜਿਹੜੀ ਰਸਨਾ ਸੀ ਉਹ ਸਵਾਦਾਂ 'ਚ ਸੌਂ ਗਈ। ਔਰ ਇਸ ਤਰ੍ਹਾਂ ਫਿਰ ਮਨ ਜਿਹੜਾ ਇਹ ਮਾਇਆ ਦੇ ਵਿੱਚ ਬਿਸਮਾਦ ਹੋ ਕੇ, ਮਸਤ ਹੋ ਕੇ ਗੂੜੀ ਨੀਂਦੇ ਸੁੱਤਾ ਪਿਆ। ਮਹਾਰਾਜ ਇਸ ਵਰਥਾਈ ਫਰਮਾਉਂਦੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਈ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਬਈ ਮਨ ਇਸ ਤਰ੍ਹਾਂ ਸੁੱਤਾ ਪਿਆ ਭਰਮ ਦੇ ਵਿੱਚ, ਬਈ ਨੇਤਰਾਂ ਦੁਆਰਾ ਮਾਇਆ ਨੂੰ, ਆਕਾਰਾਂ ਨੂੰ ਹੀ ਦੇਖੀ ਜਾਂਦਾ। ਇਹਨਾਂ ਕੰਨਾਂ ਦੁਆਰਾ ਇਹ ਸੰਸਾਰ ਦੀਆਂ ਗੱਲਾਂ ਹੀ ਸੁਣੀ ਜਾਂਦਾ, ਨਿੰਦਿਆ ਚੁਗਲੀ ਸੁਣੀ ਜਾਂਦੀ। ਇਹ ਮੁੱਖ ਦੁਆਰਾ ਫਿੱਕਾ ਬੋਲੀ ਜਾਂਦਾ, ਮਾੜੇ ਬਚਨ ਬੋਲੀ ਜਾਂਦੇ। ਇਸ ਤਰ੍ਹਾਂ ਸੁੱਤਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਇਹ ਸੁੱਤੇ ਹੋਏ ਨੂੰ ਜਗਾਓ। ਹੁਣ ਜਾਗੇਗਾ ਤਾਂ ਹੀ ਜੇ ਹੁਣ ਅਸੀਂ ਸਿਮਰਨ ਕਰਾਂਗੇ। ਤਾਂ ਜੇ ਹੁਣ ਮਨ ਤੱਕ ਆਵਾਜ਼ ਪਹੁੰਚੇਗੀ, ਜਿਵੇਂ ਕੋਈ ਜੀਵ ਗੂੜੀ ਨੀਂਦੇ ਸੁੱਤਾ ਹੋਵੇ ਤੇ ਉਹਨੂੰ ਉਠਾਉਣ ਵਾਸਤੇ ਸਾਨੂੰ ਆਵਾਜ਼ਾਂ ਮਾਰਨੀਆਂ ਪੈਂਦੀ। ਜਦੋਂ ਜ਼ੋਰ ਜ਼ੋਰ ਦੀ ਆਵਾਜ਼ਾਂ ਦੇਵਾਂਗੇ ਉਹਦੇ ਤੱਕ ਪਹੁੰਚੇਗੀ ਆਵਾਜ਼, ਤੇ ਫਿਰ ਉਹ ਸੁੱਤਾ ਹੋਇਆ ਉੱਠੇਗਾ। ਹੁਣ ਇਸੇ ਤਰ੍ਹਾਂ ਹੀ ਫਿਰ ਮਨ ਨੂੰ ਜਗਾਉਣ ਵਾਸਤੇ ਇਹ ਜਿਹੜਾ ਆਪਾਂ ਉੱਚੀ ਸਿਮਰਨ ਕਰਦੇ ਤਾਂ ਕਿ ਮਨ ਤੱਕ ਇਹ ਆਵਾਜ਼ ਪਹੁੰਚੇ। ਇਹ ਜਿਹੜਾ ਮਨ ਸੁੱਤਾ ਪਿਆ ਘੂਕ, ਇਹ ਸੁੱਤਾ ਉੱਠ ਖੜੇ ਜਾਗ ਪਵੇ। ਜਦੋਂ ਇਹ ਜਾਗੇਗਾ ਫਿਰ ਇਹ ਮੰਨਣ ਦੀ ਅਵਸਥਾ 'ਚ ਆਏਗਾ, ਫਿਰ ਇਹ ਗੁਰਬਾਣੀ ਗੁਰੂ ਨੂੰ ਮੰਨਦਾ। ਜਦੋਂ ਜਾਗੇਗਾ, ਜਦ ਤੱਕ ਸੁੱਤਾ ਪਿਆ ਉਹਨਾਂ ਸਮਾਂ ਮੰਨਦਾ ਨਹੀਂ। ਅੱਗੇ ਸੁੱਤੇ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਵੀ ਮੈਨੂੰ ਕਹਿੰਦੇ ਕੀ ਨੇ। ਫਿਰ ਸੁੱਤਾ ਹੋਇਆ ਜਦੋਂ ਜਾਗੇਗਾ ਫਿਰ ਹੀ ਆਖੇ ਲੱਗੇਗਾ, ਫਿਰ ਹੀ ਕਹਿਣਾ ਮੰਨੇਗਾ, ਤੇ ਫਿਰ ਹੀ ਗੁਰਬਾਣੀ ਗੁਰੂ ਨੂੰ ਮੰਨੇਗਾ। ਹੁਣ ਜਦ ਤੱਕ ਸੁੱਤਾ ਪਿਆ ਮੰਨਦਾ ਨਹੀਂ। ਹੁਣ ਤਾਈਆਂ ਫਿਰ ਮਹਾਰਾਜ ਕਹਿੰਦੇ ਵੀ ਜਾਗੋ, ਸੁੱਤੇ ਨਾ ਰਹੋ। ਤੇ ਜਗਾਉਣ ਵਾਸਤੇ ਕਹਿੰਦੇ ਸਿਮਰਨ ਕਰ, ਪਰਮਾਤਮਾ ਨੂੰ ਧਿਆਵੋ, ਜਪੋ, ਅਰਾਧੋ। ਇਹ ਵਾਰ ਵਾਰ ਗੁਰਬਾਣੀ ਗੁਰੂ ਵਿੱਚ ਸਾਡੇ ਮਨ ਨੂੰ ਆਖਿਆ ਜਾਂਦਾ। ਜਪਣਾ ਕੀ ਹੈ? ਜਪਣਾ ਸਿਮਰਨ ਕਰਨਾ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕੰਮ। ਧਿਆਉਣਾ ਕੀ ਹੈ? ਵੀ ਸਿਮਰਨ ਕਰਨਾ। ਜਿਹੜਾ ਵੀ ਧਿਆਉਂਦਾ ਹੈ, ਚਾਹੇ ਸਤਿਗੁਰੂ ਕਹਿੰਦੇ ਉਹ ਪੜ੍ਹਿਆ ਲਿਖਿਆ, ਚਾਹੇ ਉਹ ਅਨਪੜ੍ਹ, ਦੋਵੇਂ ਹੀ ਪਰਮ ਗਤੀ ਨੂੰ ਪ੍ਰਾਪਤ ਕਰ ਸਕਦੇ। ਪਰ ਹੋਏਗਾ ਉਹੀ ਜਿਹੜਾ ਧਿਆਏਗਾ। ਰਮਾਉਂਦੇ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨ ਪੜ੍ਹਿਆ ਪਰਮ ਗਤ ਪਾਵੇ। ਬਈ ਜਿਹੜਾ ਵੀ ਧਿਆਏਗਾ, ਜਿਹੜਾ ਵੀ ਜਪੇਗਾ, ਜਿਹੜਾ ਵੀ ਸਿਮਰਨ ਕਰੇਗਾ ਉਹ ਸੁਖੀ ਹੋ ਜਾਏਗਾ। ਜਿਹੜੇ ਗੁਰਮੁਖਾਂ ਨੇ ਫਿਰ ਇਹ ਸਿਮਰਨ ਕੀਤਾ ਉਹਨਾਂ ਨੇ ਫਿਰ ਸਾਨੂੰ ਦੱਸੀ, ਸਿਮਰ 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 ਸੁੱਖ ਪਾਇਆ। ਬਈ ਸਿਮਰਨ ਕਰਕੇ ਸਾਡੇ ਮਨ ਨੂੰ ਸੁੱਖ ਦੀ ਪ੍ਰਾਪਤੀ ਹੋਈ, ਤੇ ਫਿਰ ਇਹ ਸੁੱਖ ਦਾ ਜਿਹੜਾ ਸੀ ਉਹ ਸਾਡੇ ਮਨ ਨੇ ਸੁਖੀ ਹੋਇਆ। ਔਰ ਇਸ ਕਰਕੇ ਫਿਰ ਸਾਨੂੰ ਕਹਿੰਦੇ ਵੀ ਜੇ ਤੁਸੀਂ ਸੁੱਖ ਲੈਣਾ ਤੁਸੀਂ ਵੀ ਸਿਮਰੋ, ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਬਈ ਸਿਮਰਨ ਕਰਕੇ ਮਨ ਨੂੰ ਸੁਖੀ ਕਰ ਲਓ, ਇਹਨੂੰ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਹੁਣ ਇਹ ਮਨ ਨੂੰ ਸੁਖੀ ਕਰਨ ਵਾਸਤੇ, ਮਨ ਨੂੰ ਜਗਾਉਣ ਵਾਸਤੇ ਫਿਰ ਇਹ ਸਿਮਰਨ ਜਦੋਂ ਜਾਗੇਗਾ ਤੇ ਸੁਖੀ ਹੋਏਗਾ ਹੀ। ਜਦ ਤੱਕ ਸੁੱਤਾ ਹੋਇਆ ਸੁਪਨੇ ਦੇ ਵਿੱਚ ਦੁਖੀ ਹੋ ਰਿਹਾ।
ਜਿਵੇਂ ਮਹਾਰਾਜ ਉਦਾਹਰਨ ਦਿੰਦੇ ਸਾਨੂੰ, ਇੱਕ ਦ੍ਰਿਸ਼ਟ ਮਨ ਰਾਜੀ ਸੀ ਵੀ ਇੱਕ ਰਾਜਾ ਹੈ, ਉਹ ਆਪਦੇ ਸਿੰਘਾਸਨ 'ਤੇ ਬੈਠਾ ਹੈ ਤੇ ਬੈਠੇ ਬੈਠੇ ਨੂੰ ਨੀਂਦ ਆ ਗਈ, ਸੌਂ ਗਿਆ। ਸੁੱਤਾ ਹੋਇਆ ਉਹ ਸੁਪਨਾ ਦੇਖਣ ਲੱਗਿਆ ਤੇ ਸੁਪਨੇ ਦੇ ਵਿੱਚ ਉਹ ਕੀ ਦੇਖਦਾ ਬਈ ਜਿਹੜਾ ਉਹਦਾ ਰਾਜ ਭਾਗ ਸੀ ਉਹ ਸਾਰਾ ਬਿਨਸ ਗਿਆ, ਖੁੱਸ ਗਿਆ। ਉਹ ਆਪਦੇ ਰਾਜ ਦੇ ਵਿੱਚ ਹੀ ਮੰਗਤਾ ਭਿਖਾਰੀ ਬਣ ਕੇ ਦਰ ਦਰ ਮੰਗਦਾ ਫਿਰਦਾ। ਹੁਣ ਉਹੀਓ ਹਾਲ ਤੇ ਸਾਡੇ ਮਨ ਰਾਜੇ ਦੀ ਹੋ ਗਈ। ਮਨ ਨੂੰ ਬਣਾਇਆ ਤਾਂ ਰਾਜਾ ਸੀ, ਅਕਾਲ ਪੁਰਖ ਪਰਮੇਸ਼ਰ ਨੇ, ਆਪਾਂ ਸਾਰੇ ਰਾਜੇ ਹੀ। ਪਰ ਰਾਜਾ ਇੱਥੇ ਆ ਕੇ ਸੌਂ ਗਿਆ ਤੇ ਸੁਪਨਾ ਦੇਖਦਾ ਤੇ ਸੁਪਨੇ 'ਚ ਮੰਗਤਾ ਬਣਿਆ ਹੋਇਆ, ਭਿਖਾਰੀ ਬਣਿਆ ਹੋਇਆ। ਮਹਾਰਾਜ ਇਸ ਲਈ ਫਰਮਾਉਂਦੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਤ ਰਾਜ ਵਿਸ਼ਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਵੀ ਜਿਵੇਂ ਉਹ ਦ੍ਰਿਸ਼ਟ ਮਨ ਰਾਜਾ ਉਹ ਸੁਪਨੇ ਦੇ ਵਿੱਚ ਦੁਖੀ ਹੋ ਰਿਹਾ ਕਿਉਂਕਿ ਉਹਨੇ ਦੁੱਖ ਪਾਇਆ, ਉਹਦਾ ਰਾਜ ਖੁੱਸ ਗਿਆ ਤੇ ਉਹ ਮੰਗਤਾ ਭਿਖਾਰੀ ਬਣ ਕੇ ਦਰ ਦਰ ਠੋਕਰਾਂ ਖਾਂਦਾ ਫਿਰਦਾ। ਹੁਣ ਉਹੀਓ ਹਾਲ ਤੇ ਸਾਡੇ ਮਨ ਦੀ ਹੈ। ਇਹ ਸੁੱਤਾ ਹੋਇਆ ਸੁਪਨੇ ਦੇ ਵਿੱਚ ਮੰਗਤਾ ਬਣਿਆ ਹੋਇਆ, ਭਿਖਾਰੀ ਬਣਿਆ। ਬਣਾਇਆ ਤਾਂ ਇਹਨੂੰ ਰਾਜਾ ਸੀ, ਪਰ ਸੌਂ ਕੇ ਬਣ ਗਿਆ ਮੰਗਤਾ, ਭਿਖਾਰੀ ਬਣ ਗਿਆ ਤੇ ਦਰ ਦਰ ਠੋਕਰਾਂ ਖਾਂਦਾ ਫਿਰਦਾ। ਮਹਾਰਾਜ ਕਹਿੰਦੇ ਵੀ ਜਦੋਂ ਇਹ ਭਿਖਾਰੀ ਬਣਿਆ ਹੁੰਦਾ, ਮੰਗਤਾ ਬਣਿਆ ਹੁੰਦਾ, ਉਦੋਂ ਫਿਰ ਇਹਦੀ ਕੀ ਹਾਲਤ ਹੋ ਜਾਂਦੀ। ਫਿਰ ਇਹ ਐਸਾ ਭਿਖਾਰੀ ਬਣਦਾ ਹੈ ਬਈ ਇਹ ਹਰ ਸਮੇਂ ਮੰਗਦਾ ਹੀ ਰਹਿੰਦਾ, ਤੇ ਮੰਗਦਾ ਵੀ ਆਪਦੇ ਵਾਸਤੇ, ਦੂਜਿਆਂ ਵਾਸਤੇ ਮੰਗਦਾ। ਇਹ ਕਾਮ ਕ੍ਰੋਧ ਲੋਭ ਹੰਕਾਰ ਵਾਸਤੇ ਮੰਗਦਾ। ਇਹ ਜਿਹੜਾ ਸਰੀਰ ਇਹ ਦੂਜਾ ਹੈ, ਦੂਜੇ ਵਾਸਤੇ ਮੰਗਦਾ, ਮਾਇਆ ਵਾਸਤੇ ਮੰਗਦਾ। ਫਿਰ ਜਦੋਂ ਇਹ ਭਿਖਾਰੀ ਬਣ ਜਾਂਦਾ, ਇਹਦੀ ਕੀ ਹਾਲਤ ਹੁੰਦੀ। ਮਹਾਰਾਜ ਦੱਸਦੇ ਵੀ ਜਿਵੇਂ ਇਹ ਭਿਖਾਰੀ ਮੰਗਤਾ ਬਣਿਆ ਹੋਇਆ, ਗੁਰੂ ਘਰ ਵੀ ਆਉਂਦਾ। ਜਦੋਂ ਆਉਂਦਾ, ਘਰੋਂ ਕਹਿ ਕੇ ਆਉਂਦਾ ਵੀ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲੇ ਹਾਂ, ਇੱਥੇ ਆ ਕੇ ਦਰਸ਼ਨ ਵੀ ਨਹੀਂ ਕਰਦਾ, ਆ ਕੇ ਅੱਖਾਂ ਬੰਦ ਕਰ ਲੈਂਦਾ। ਸਾਹਮਣੇ ਆ ਕੇ ਅੱਖਾਂ ਬੰਦ ਕਰਕੇ ਜਿਉਂ ਲੱਗਦਾ ਮੰਗਣ। ਇਹ ਮੰਗਦਾ ਵੀ ਕੀ ਹੈ, ਜੋ ਨਾਸਵਨ, ਜੋ ਮਿਥਿਆ ਹੋਏ ਉਹ ਮੰਗਤ। ਮਹਾਰਾਜ ਫਿਰ ਇਹਦੀ ਇਹ ਹਾਲਤ ਦੇਖ ਕੇ ਵੀ ਕਿੰਨਾ ਭਿਖਾਰੀ ਮੰਗਤਾ ਬਣੇ ਹੈ ਬਈ ਇਹ ਮੇਰੇ ਨਾਲ ਠੱਗੀ ਮਾਰਨ ਆਇਆ। ਇਹਨੇ ਠੱਗਾਂ ਵਾਲੀ ਦ੍ਰਿਸ਼ਟੀ ਬਣਾਈ ਹੋਈ। ਉਹ ਫਿਰ ਉਦਾਹਰਨ ਦਿੰਦੇ ਵੀ ਜਿਵੇਂ ਇੱਕ ਬਗਲਾ, ਉਹ ਬਗਲਾ ਕੀ ਕਰਦਾ, ਉਹ ਪਾਣੀ ਦੇ ਵਿੱਚ ਇੱਕ ਲੱਤ 'ਤੇ ਖੜਾ ਹੋ ਜਾਂਦਾ। ਇਹ ਧਿਆਨ ਹੈ ਜਿਹੜਾ ਉਹ ਰੱਖਦਾ ਡੱਡੂ ਮੱਛੀਆਂ 'ਚ, ਵੀ ਉਹ ਸਮਝਣ ਵੀ ਕੋਈ ਡੱਕਾ ਜਾਂ ਕੋਈ ਤੀਲਾ ਖੜਾ ਹੈ, ਵੀ ਉਹਨਾਂ ਨੂੰ ਭੁਲੇਖਾ ਵਿੱਚ ਜਦੋਂ ਕੋਲ ਆਉਣ ਉਹਨਾਂ ਨੂੰ ਝਪਟ ਮਾਰ ਲੈਂਦਾ। ਹੁਣ ਉਹੀਓ ਹਾਲਤ ਮਹਾਰਾਜ ਜੀ ਮਨਮੁਖ ਦੀ ਦੱਸਦੇ, ਜਿਹੜਾ ਮੰਗਤਾ ਬਣਿਆ ਭਿਖਾਰੀ। ਵੀ ਆਇਆ ਤੇ ਆ ਕੇ ਕਹਿੰਦੇ ਬਗਲੇ ਵਾਂਗੂ ਸਮਾਧੀ ਲਾ ਲਈ, ਜਿਵੇਂ ਬਗਲਾ ਸਮਾਧੀ ਹੁੰਦਾ, ਇੱਕ ਲੱਤ 'ਤੇ ਖੜਾ ਹੋ ਜਾਂਦਾ। ਮਹਾਰਾਜ ਕਹਿੰਦੇ ਵੀ ਸਮਾਧੀ ਲਾ ਲਈ ਤੇ ਠੱਗਾਂ ਵਾਲੀ ਦ੍ਰਿਸ਼ਟੀ ਬਣਾ ਲਈ। ਇਹ ਸਤਿਗੁਰੂ ਕੀ ਕਹਿੰਦੇ, ਕਹਿੰਦੇ ਠੱਗ ਦ੍ਰਿਸ਼ਟ ਬਾਗਾ ਲੈਵਲ ਲੱਗਾ। ਬਈ ਠੱਗਾਂ ਵਾਲੀ ਦ੍ਰਿਸ਼ਟੀ ਬਣਾ ਕੇ ਬਗਲੇ ਵਾਂਗੂ ਸਮਾਧੀ ਲਾ ਕੇ ਕਿਵੇਂ ਖੜਾ। ਇਹ ਅੰਦਰ ਉਹੀਓ ਧਿਆਨ ਹੈ ਜਿਹੜਾ ਉਹ ਗੰਦਗੀ ਵੱਲ, ਵੀ ਇੱਧਰ ਜਿਹੜਾ ਨਾਸਵਨ ਮਿਥਿਆ ਹੋਇਆ ਕੂੜ, ਉਹਦੇ ਵੱਲ ਧਿਆਨ ਹੈ ਤੇ ਮੰਗਾਂ ਉਹੀ ਨੇ। ਹੋਰ ਅੱਖਾਂ ਬੰਦ ਕਰਕੇ ਇਹ ਮੰਗਦਾ ਕੀ, ਸੰਸਾਰ ਦੀਆਂ ਵਸਤੂ। ਫਿਰ ਉਦੋਂ ਕਹਿੰਦੇ ਵੀ ਇਹਨੂੰ ਝਿੜਕ ਦੇ ਕੇ ਵਾਪਸ ਮੋੜ ਦਿੰਦੇ ਵੀ ਦੇਖੋ ਮੇਰੇ ਨਾਲ ਠੱਗੀ ਮਾਰਨ ਆਇਆ। ਸਮਾਧੀ ਲਾ ਲਈ ਤੇ ਬਗਲੇ ਵਾਲੀ ਦ੍ਰਿਸ਼ਟੀ ਬਣਾ ਲਈ। ਫਿਰ ਇਹ ਭਿਖਾਰੀ ਮੰਗਤਾ ਬਣਿਆ ਹੋਇਆ, ਮੰਗਦਾ ਮੰਗਦਾ
ਹੀਰਾ ਜੰਤ। ਜਦੋਂ ਫੇਰ ਆਉਂਦਾ ਫੇਰ ਉਹੀਓ ਹਾਲਤ ਸੀ। ਘਰੋਂ ਕਹਿ ਕੇ ਆਇਆ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲਿਆ, ਦਰਸ਼ਨ ਤਾਂ ਕਰਦਾ ਹੀ ਨਹੀਂ, ਸਾਹਮਣੇ ਆਉਂਦਾ ਤੇ ਆ ਕੇ ਅੱਖਾਂ ਬੰਦ ਕਰ ਲੈਂਦੇ। ਅੱਖਾਂ ਬੰਦ ਕਰਕੇ ਫੇਰ ਧਿਆਨ ਉੱਥੇ ਹੀ ਲੈ ਜਾਂਦਾ ਮਾਇਆ ਵੱਲ, ਦਾਸੀ ਵੱਲ। ਫੇਰ ਸੰਸਾਰ ਦੀਆਂ ਫੇਰ ਉਹੀਓ ਮੰਗਾਂ ਮੰਗਣੀਆਂ ਸ਼ੁਰੂ ਕਰ ਦਿੰਦੇ ਵੀ ਮੇਰੀ ਆਹ ਮੰਗ, ਮੇਰੀ ਆਹ ਸੁਖਣਾ ਪੂਰੀ ਹੋ ਜੀ, ਮੇਰੀ ਆਹ ਮੰਗ ਹੈ, ਮੇਰੀ ਆਹ ਮੰਗ ਪੂਰੀ ਹੋ ਜੀ। ਮਹਾਰਾਜ ਫਿਰ ਇਹਦੀ ਹਾਲਤ ਦੇਖ ਕੇ ਕਹਿੰਦੇ ਵੀ ਇਹ ਆਇਆ ਤਾਂ ਮੇਰੇ ਕੋਲ, ਆਇਆ ਮਾਲਕ ਕੋਲ, ਠਾਕਰ ਕੋਲ। ਇਹ ਸਿਮਰਨ ਮਾਲਕ ਦਾ ਛੱਡ ਕੇ ਸਿਮਰਨ ਦਾਸੀ ਦਾ ਕਰੀ ਜਾਂਦਾ। ਦਾਸੀ ਕਹਿੰਦੇ ਮਾਇਆ ਨੂੰ ਬਈ ਮੈਨੂੰ ਤਾਂ ਸਿਮਰਦਾ ਹੀ ਨਹੀਂ, ਪਰਮਾਤਮਾ ਦਾ ਤਾਂ ਸਿਮਰਨ ਕਰਦਾ ਹੀ ਨਹੀਂ। ਸਿਮਰਨ ਦਾ ਭਾਵ ਕੀ ਹੁੰਦਾ ਵੀ ਅਸੀਂ ਕਿਹਨੂੰ ਚੇਤੇ ਕਰਦੇ ਹਾਂ? ਜਿਹਨੂੰ ਅਸੀਂ ਚੇਤੇ ਕਰਦੇ ਹਾਂ ਉਹਦਾ ਅਸੀਂ ਸਿਮਰਨ ਕਰਦੇ ਹਾਂ। ਸਿਮਰਨ ਦਾ ਭਾਵ ਹੁੰਦਾ ਵੀ ਯਾਦ, ਕਿਹਨੂੰ ਅਸੀਂ ਮਨ ਦੇ ਵਿੱਚ ਚੇਤੇ ਕਰਦੇ ਹਾਂ, ਕਿਹਨੂੰ ਅਸੀਂ ਚਿਤਾਰ ਰਹੇ ਹਾਂ। ਹੁਣ ਜਦੋਂ ਜੀਵ ਅੱਖਾਂ ਬੰਦ ਕਰਦਾ, ਜਿਹੜੀਆਂ ਅਰਦਾਸਾਂ ਕਰਦਾ, ਉਹ ਕੋਈ ਪਰਮਾਤਮਾ ਨੂੰ ਨਹੀਂ ਚਿਤਾਰਦਾ, ਉਹ ਮਾਇਆ ਨੂੰ ਚਿਤਾਰ ਰਿਹਾ। ਕਿਉਂਕਿ ਉਹਦਾ ਜਿਹੜਾ ਧਿਆਨ ਹੈ ਉਹ ਮਾਇਆ ਵੱਲ ਹੈ, ਸੰਸਾਰ ਦੀਆਂ ਮੰਗਾਂ ਵੱਲ। ਕਿਉਂਕਿ ਉਹ ਮੰਗੀ ਜਾਂਦਾ ਅੰਦਰ, ਉਹਦੇ ਉਹੀਓ ਚੱਲੀ ਜਾਂਦੇ ਵਿਚਾਰ, ਉਹਦਾ ਮਾਇਆ ਦਾ ਹੀ ਸਿਮਰਨ ਚੱਲੀ ਜਾਂਦਾ। ਫਿਰ ਉਦੋਂ ਮਹਾਰਾਜ ਕਹਿੰਦੇ ਵੀ ਇਹ ਠਾਕਰ ਨੂੰ ਛੱਡ ਕੇ ਮਾਲਕ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਸਿਮਰਨ ਜਿਹੜਾ ਦਾਸੀ ਦਾ ਕਰਦਾ, ਇਹ ਨਿੰਦਾ ਉਹਨਾਂ ਦੀ ਕਰਦਾ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ, ਜਿਹੜੇ ਇੱਕ ਨੂੰ ਧਿਆਉਂਦੇ। ਬਈ ਆਪ ਨਗੁਰਾ ਹੈ, ਗੁਰੂ ਦੀ ਮੱਤ ਨਹੀਂ ਲਈ। ਇਹ ਨਿੰਦਾ ਉਹਨਾਂ ਦੀ ਕਰਦਾ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਸ਼ਬਦ ਦੇ ਨਾਲ, ਨਾਦ ਦੇ ਨਾਲ ਜੁੜੇ। ਮਹਾਰਾਜ ਫਰਮਾਉਂਦੇ ਠਾਕਰ ਛੋੜ ਦਾਸੀ ਕੋ ਸਿਮਰੇ, ਮਨਮੁਖ ਅੰਧ ਅਗਿਆਨਾ, ਹਰ ਕੀ ਭਗਤ ਕਰੇ ਤੇ ਨਿੰਦੇ ਨਗੁਰਾ ਪਸ਼ੂ ਸਮਾਨਾ। ਬਈ ਨਗੁਰਾ ਇਹ ਗੁਰੂ ਦੀ ਮੱਤ ਨਹੀਂ ਲਈ, ਨਿੰਦਾ ਉਹਨਾਂ ਦੀ ਕਰਦਾ, ਗੁਰਮੁਖਾਂ ਦੀ, ਸੰਤਾਂ ਦੀ, ਸਾਧੂਆਂ ਦੀ। ਇਹ ਆਪ ਜਿਹੜਾ ਸਿਮਰਨ ਕਰਦਾ ਦਾਸੀ ਦਾ, ਆਪ ਮਾਇਆ ਨੂੰ ਸਿਮਰੀ ਜਾਂਦਾ। ਉਦੋਂ ਕਹਿੰਦੇ ਭਿਖਾਰੀ ਬਣਿਆ, ਮੰਗਤਾ ਬਣਿਆ ਹੋਇਆ। ਫਿਰ ਇਹਨੂੰ ਝਿੜਕ ਦੇ ਕੇ ਫਿਰ ਵਾਪਸ ਮੋੜ ਦਿੰਦੇ। ਫਿਰ ਇਹ ਮੰਗਤਾ ਭਿਖਾਰੀ ਬਣਿਆ, ਕਿਉਂਕਿ ਸੁਪਨੇ 'ਚ ਚੱਲਦਾ, ਸੁਪਨੇ ਦੇ ਵਿੱਚ ਮੰਗਤਾ ਬਣਿਆ ਹੋਇਆ ਤੇ ਫਿਰ ਆ ਜਾਂਦਾ। ਜਦੋਂ ਫਿਰ ਆਉਂਦਾ ਆ ਕੇ ਫਿਰ ਉਹੀਓ ਹਾਲਤ, ਆਇਆ ਸਤਿਗੁਰਾਂ ਦੇ ਸਾਹਮਣੇ ਆ ਕੇ ਫਿਰ ਅੱਖਾਂ ਬੰਦ ਕਰ ਲਈ। ਅੱਖਾਂ ਬੰਦ ਕਰਕੇ ਫਿਰ ਉਹੀਓ ਸੰਸਾਰ ਦੀਆਂ ਮੰਗਾਂ ਸ਼ੁਰੂ ਕਰ ਦਿੱਤੀਆਂ ਮੰਗਣੀ। ਬਈ ਮੇਰੀ ਆਹ ਮੰਗ ਹੈ, ਮੇਰੀ ਆਹ ਮੰਗ ਪੂਰੀ ਹੋ ਜੇ, ਮੇਰੀ ਆਹ ਸੁਖਣਾ ਪੂਰੀ ਹੋ ਜੇ। ਜੇ ਮੇਰੀ ਆਹ ਮੰਗ ਪੂਰੀ ਹੋ ਜੇ ਤੇ ਮੈਂ ਇੰਨੇ ਪਾਠ ਕਰ, ਜੇ ਮੇਰੀ ਆਹ ਮੰਗ ਪੂਰੀ ਹੋ ਜੇ ਤੇ ਮੈਂ ਇੰਨਾ ਸਮਾਂ ਗੁਰੂ ਘਰ ਆਊਂ, ਸੁਖਣਾ ਸੁੱਖ ਲੈਂਦਾ। ਮਤਲਬ ਵੀ ਇੰਨੇ ਦਿਨ ਆਊਂ, ਇੰਨੇ ਮਹੀਨੇ ਆਊਂ, ਇੱਦਾਂ ਸੁੱਖਦਾ ਤੇ ਇੰਨੇ ਪਾਠ ਕਰੂੰ, ਉਹ ਸੁੱਖ ਲੈਂਦਾ। ਫਿਰ ਮਹਾਰਾਜ ਜਦੋਂ ਇਹਦੀ ਇਹ ਹਾਲਤ ਦੇਖਦੇ ਆ, ਕਹਿੰਦੇ ਬਹੁਤਾ ਹੀ ਅਗਿਆਨੀ, ਬਹੁਤਾ ਹੀ ਮਨਮੁਖ ਹੈ। ਅਸੀਂ ਤਾਂ ਆਪਦੇ ਆਪ ਨੂੰ ਉਦੋਂ ਜੀਵਿਤ ਤਾਂ ਕਹਿੰਦਾ ਨਾ ਵੀ ਮੈਂ ਪਾਠ ਕਰਦਾ, ਮੈਂ ਗੁਰਮੁਖ ਹਾਂ। ਕਿਉਂਕਿ ਅਸੀਂ ਜੇ ਮੰਗਾਂ ਵਾਸਤੇ ਕਰਦੇ ਹਾਂ ਸੰਸਾਰ ਦੀਆਂ, ਤੇ ਗੁਰਬਾਣੀ ਗੁਰੂ ਇਹਦੇ ਬਾਰੇ ਕੀ ਕਹਿੰਦੇ? ਆਪਾਂ ਤਾਂ ਆਪਦੇ ਜਾਣੇ ਤਾਂ ਸਮਝ ਲਿਆ ਵੀ ਚਲੋ ਵੀ ਅਸੀਂ ਕਿਹੜਾ ਕੋਈ ਮਾੜੀ ਗੱਲ ਹੈ ਜੀ, ਅਸੀਂ ਤਾਂ ਪਾਠ ਹੀ ਕਰਦੇ ਹਾਂ ਵੀ ਸਾਡੀਆਂ ਮੰਗਾਂ ਪੂਰੀਆਂ ਹੋ ਜਾਣ। ਹੁਣ ਮਹਾਰਾਜ ਇਹਦੇ ਬਾਰੇ ਫਿਰ ਸਾਨੂੰ ਗੁਰਬਾਣੀ 'ਚ ਕੀ ਕਹਿੰਦੇ ਨੇ ਵੀ ਜਿਹਦੀ ਇਹ ਹਾਲਤ ਹੈ? ਫਿਰ ਮਹਾਰਾਜ ਕਹਿੰਦੇ ਬਈ ਬਹੁਤਾ ਹੀ ਮਨਮੁਖ, ਅੰਧ ਗਿਆਨੀ। ਬਈ ਇਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਪਾਠ ਕਾਹਦੇ ਵਾਸਤੇ ਕਰਨਾ, ਬਈ ਗੁਰਬਾਣੀ ਨੂੰ ਕਾਹਦੇ ਵਾਸਤੇ ਪੜ੍ਹਨਾ। ਇਹਨੇ ਤਾਂ ਗੁਰਬਾਣੀ ਨੂੰ ਵੀ ਇਸ ਮਕਸਦ ਵਾਸਤੇ ਪੜ੍ਹਨਾ ਸ਼ੁਰੂ ਕਰ ਦਿੱਤਾ ਬਈ ਮੇਰੀਆਂ ਸੰਸਾਰ ਦੀਆਂ ਸੁਖਣਾ ਪੂਰੀਆਂ ਹੋ ਜਾਣ, ਮੇਰੀਆਂ ਮੰਗਾਂ ਪੂਰੀਆਂ ਹੋ ਜਾਣ। ਫਿਰ ਉਦੋਂ ਮਹਾਰਾਜ ਕਹਿੰਦੇ ਵੀ ਇਹ ਮਨਮੁਖ। ਉਦੋਂ ਕਹਿੰਦੇ ਅੰਧ ਗਿਆਨੀ।
ਉਦੋਂ ਫਿਰ ਕਹਿੰਦੇ ਵੀ ਇਹ ਜੇ ਪਾਠ ਵੀ ਕਰਦਾ ਇਹ ਸਿਰਫ ਸੰਸਾਰੀ ਦੁਨਿਆਵੀ ਮੰਗਾਂ ਵਾਸਤੇ, ਇਸ ਵਾਸਤੇ ਨਹੀਂ ਗੁਰਬਾਣੀ ਪੜ੍ਹਦਾ ਵੀ ਗੁਰਬਾਣੀ ਗੁਰੂ ਸਾਨੂੰ ਕੀ ਉਪਦੇਸ਼ ਕਰਦੀ ਜਾਂ ਕੀ ਸਾਨੂੰ ਸਮਝਾਉਣਾ ਚਾਹੁੰਦੀ। ਫਿਰ ਉਦੋਂ ਮਹਾਰਾਜ ਕਹਿੰਦੇ ਮੂਰਖ ਅੰਧੇ ਤ੍ਰੈ ਗੁਣ ਸੇਵੇ ਮਾਇਆ ਕੇ ਬਿਹਾਰੀ, ਅੰਤਰ ਕਾਵਟ ਉਧਰ ਭਰਨ ਕੇ ਤਾਂ ਹੀ ਪਾਠ ਪੜ੍ਹੇ ਗਵਾਰੀ। ਮਹਾਰਾਜ ਕਹਿੰਦੇ ਬੜਾ ਅੰਧ ਗਿਆਨੀ ਬਈ ਬੜਾ ਵੱਡਾ ਮੂਰਖ ਹੈ ਵੀ ਇਹਦਾ ਪਾਠ ਵੀ ਸਿਰਫ ਇਹ ਸੰਸਾਰ ਦੀਆਂ ਮੰਗਾਂ ਵਾਸਤੇ ਕਰ। ਉਦੋਂ ਫਿਰ ਜਦੋਂ ਇਹਦੀ ਆਹ ਹਾਲਤ ਹੁੰਦੀ ਉਦੋਂ ਕਹਿੰਦੇ ਮੰਗਤਾ ਬਣਿਆ ਹੋਇਆ ਭਿਖਾਰੀ, ਬਈ ਬਣਾਇਆ ਤਾਂ ਰਾਜਾ ਸੀ ਤੇ ਬਣ ਗਿਆ ਮੰਗਤਾ, ਬਣ ਗਿਆ ਭਿਖਾਰੀ। ਇਹ ਭਿਖਾਰੀ ਬਣ ਕੇ ਮੰਗਦਾ ਵੀ ਕੀ ਹੈ, ਜਿਹੜੀਆਂ ਚੀਜ਼ਾਂ ਨਾਸਵਾਨ ਨੇ, ਜਿਹੜਾ ਕਿ ਮਿਥਿਆ ਹੋਇਆ, ਜਿਹੜਾ ਕਿ ਕੂੜ ਹੈ, ਜਿਹੜਾ ਕਿ ਸਾਡੇ ਨਾਲ ਨਹੀਂ ਜਾਣ ਵਾਲਾ ਕੁਛ ਵੀ। ਫਿਰ ਇਸ ਹਾਲਤ ਦੇ ਵਿੱਚ ਫਿਰ ਇਹਨੂੰ ਕਹਿੰਦੇ ਵੀ ਭਿਖਾਰੀ ਮੰਗਤਾ ਹੈ। ਫਿਰ ਕਹਿੰਦੇ ਵੀ ਜੇ ਮੰਗਣਾ ਹੀ ਹੈ ਤਾਂ ਤੂੰ ਕਮ ਸੇ ਕਮ ਆਪਦੇ ਵਾਸਤੇ ਤਾਂ ਮੰਗ, ਵੀ ਜੇ ਤੂੰ ਮੰਗਣਾ ਹੀ ਹੈ ਤੂੰ ਰਹਿ ਨਹੀਂ ਸਕਦਾ ਮੰਗੇ ਬਿਨਾਂ, ਫਿਰ ਤੂੰ ਆਪਦੇ ਵਾਸਤੇ ਤਾਂ ਮੰਗੇ ਤਾਂ ਤੂੰ ਦੂਜਿਆਂ ਵਾਸਤੇ ਮੰਗੀ ਜਾ ਰਹੀ। ਦੂਜਾ ਕੀ ਹੈ? ਸਰੀਰ। ਵੀ ਇਹ ਤਾਂ ਜਿਹੜੀਆਂ ਤੇਰੀਆਂ ਮੰਗਾਂ ਇਹ ਸਰੀਰ ਵਾਸਤੇ ਨੇ, ਤੇਰੀਆਂ ਆਪਦੇ ਵਾਸਤੇ ਨਹੀਂ ਹੈ, ਤੂੰ ਆਪਦੇ ਵਾਸਤੇ ਨਹੀਂ ਮੰਗਦਾ। ਹੁਣ ਜਦੋਂ ਮਨ ਸੁੱਤਾ ਹੁੰਦਾ ਭਿਖਾਰੀ ਬਣਿਆ ਹੁੰਦਾ, ਇਹਦੀਆਂ ਮੰਗਾਂ ਵੀ ਕੀ ਨੇ? ਸੰਸਾਰ ਦੀਆਂ, ਮਾਇਆ ਦੀਆਂ, ਵੀ ਜਿਹੜਾ ਕਿ ਸਰੀਰ ਵਾਸਤੇ ਸੁਖਣਾ ਸੁੱਖਦਾ। ਬਈ ਜੇ ਕੋਈ ਸਰੀਰ ਨੂੰ ਰੋਗ ਲੱਗ ਗਿਆ, ਮੇਰਾ ਰੋਗ ਠੀਕ ਹੋ ਜੇ, ਸੁਖਣਾ ਸੁੱਖ ਲਈ ਜੀ ਮੇਰਾ ਇਹ ਰੋਗ ਠੀਕ ਹੋਣਾ ਚਾਹੀਦਾ। ਇਹਦੇ ਵਾਸਤੇ ਜਿਹੜਾ ਅਸੀਂ ਸਰੀਰ ਵਾਸਤੇ ਕਰਦੇ ਹਾਂ, ਇਹ ਸਰੀਰ ਹੈ ਜਿਹੜਾ ਇਹ ਮਾਇਆ, ਇਹ ਝੂਠਾ, ਇਹ ਨਾਸਵਾਨ, ਇਹਨੇ ਇੱਕ ਦਿਨ ਖਤਮ ਹੋਣਾ। ਇਹ ਸਰੀਰ ਦਾ ਜਿਹੜਾ ਮੰਗਣਾ ਉਦੋਂ ਕਹਿੰਦੇ ਵੀ ਦੂਜੇ ਵਾਸਤੇ ਮੰਗਦੇ, ਵੀ ਆਪਦੇ ਵਾਸਤੇ ਤਾਂ ਮੰਗਦੇ ਹੀ ਨਹੀਂ ਤੁਸੀਂ। ਹੁਣ ਆਪਦੇ ਵਾਸਤੇ ਮੰਗਣਾ ਕੀ ਹੈ? ਸਾਡੇ ਮਨ ਵਾਸਤੇ ਅਸੀਂ ਕੀ ਮੰਗਣਾ? ਮਨ ਵਾਸਤੇ ਮੰਗਣਾ ਨਾਮ, ਕਿਉਂਕਿ ਨਾਮ ਤੋਂ ਬਿਨਾਂ ਹੋਰ ਕੋਈ ਸ਼ੈ ਨਹੀਂ ਵੀ ਜਿਹੜੀ ਮਨ ਦੇ ਨਾਲ ਜਾਂਦੀ ਹੋਵੇ। ਇਉਂ ਫਿਰ ਸਾਡੇ ਮਨ ਨੂੰ ਮੰਗਣ ਦੀ ਜਾਚ ਸਿਖਾਉਂਦੇ ਵੀ ਜੇ ਤੂੰ ਮੰਗਣਾ ਹੀ ਹੈ ਫਿਰ ਤੂੰ ਕੀ ਮੰਗ। ਮਹਾਰਾਜ ਕਹਿੰਦੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਵੀ ਜੇ ਤੂੰ ਮੰਗਣਾ ਹੀ ਹੈ ਤੇ ਤੂੰ ਨਾਮ ਦੀ ਦਾਤ ਮੰਗ। ਜੇ ਤੂੰ ਮੰਗਣਾ ਹੀ ਹੈ ਤੇ ਤੂੰ ਇਹ ਮੰਗ ਵੀ ਮਾਲਕਾ ਮੇਰੇ ਤੇ ਕਿਰਪਾ ਕਰ, ਮੈਨੂੰ ਆਪਦੇ ਸਿਵਸਲਾ ਦਾ ਕੱਪੜਾ ਦੇ। ਜੇ ਤੂੰ ਮੰਗਣਾ ਹੀ ਹੈ ਤੇ ਆਪਦੇ ਵਾਸਤੇ ਪ੍ਰੇਮਾ ਭਗਤੀ ਮੰਗ। ਜੇ ਤੂੰ ਮੰਗਣਾ ਹੀ ਹੈ ਤੇ ਆਪਦੇ ਵਾਸਤੇ ਤਾਂ ਮੰਗੇ, ਤਾਂ ਤੂੰ ਦੂਜੇ ਵਾਸਤੇ ਮੰਗੀ ਜਾਂਦਾ। ਹੁਣ ਮੰਗਦੇ ਗੁਰਮੁਖ ਵੀ ਨੇ, ਪਰ ਗੁਰਮੁਖਾਂ ਦਾ ਮੰਗਣਾ ਆਪਦੇ ਵਾਸਤੇ। ਮੰਗਦਾ ਮਨਮੁਖ ਵੀ ਹੈ, ਉਹਦੀਆਂ ਮੰਗਾਂ ਵੀ ਮਨਮੁਖ ਦੀਆਂ ਦੂਜੇ ਵਾਸਤੇ। ਹੁਣ ਤਾਈਓ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਜਦੋਂ ਤਾਂ ਇਹ ਹਾਲਤ ਮਨ ਦੀ ਹੁੰਦੀ, ਉਦੋਂ ਕਹਿੰਦੇ ਵੀ ਜਿਵੇਂ ਉਹ ਰਾਜਾ ਸਿੰਘਾਸਨ 'ਤੇ ਬੈਠਾ ਸੌਂ ਗਿਆ ਤੇ ਭਿਖਾਰੀ ਬਣ ਗਿਆ, ਮੰਗਤਾ ਬਣ ਗਿਆ। ਹੁਣ ਉਹੀਓ ਹਾਲਤ ਮਨ ਦੀ ਦੱਸਦੇ ਵੀ ਇਹਨੂੰ ਬਣਾਇਆ ਤਾਂ ਰਾਜਾ ਸੀ, ਕਾਇਆ ਨਗਰੀ ਇਹ ਮਨ ਰਾਜਾ। ਵੀ ਇਹ ਕਾਇਆ ਨੂੰ ਨਗਰੀ ਆਖਿਆ ਤੇ ਮਨ ਨੂੰ ਰਾਜਾ ਬਣਾਏ। ਰਾਜੇ ਵਾਸਤੇ ਸਪੈਸ਼ਲ ਮਾਲਕ ਨੇ ਮਹਿਲ ਬਣਾਏ ਤੇ ਉਹ ਮਹਿਲ ਵਿੱਚ ਸਾਰੀਆਂ ਰਾਜੇ ਲਈ ਸੁੱਖ ਸਹੂਲਤਾਂ ਰੱਖੀ। ਹੁਣ ਰਾਜਾ ਸੀ ਜਿਹੜਾ ਇੱਥੇ ਆ ਕੇ ਸੌਂ ਗਿਆ, ਭਰਮ 'ਚ ਪੈ ਗਿਆ ਤੇ ਮੰਗਤਾ ਬਣ ਗਿਆ, ਭਿਖਾਰੀ ਬਣ ਗਈ। ਹੁਣ ਭਿਖਾਰੀ ਬਣ ਕੇ ਦਰ ਦਰ ਠੋਕਰਾਂ ਖਾਂਦਾ ਫਿਰਦਾ ਤੇ ਮੰਗਦਾ ਫਿਰਦਾ। ਇਹ ਮਹਾਰਾਜ ਸਾਨੂੰ ਤਾਂ ਫਿਰ ਕਹਿੰਦੇ ਵੀ ਤੁਸੀਂ ਸੁੱਤੇ ਨਾ ਰਹੋ, ਤੁਸੀਂ ਜਾਗੋ। ਜਦੋਂ ਹੁਣ ਅਸੀਂ ਜਾਗਾਂਗੇ ਫਿਰ ਸਾਨੂੰ ਪਤਾ ਲੱਗਦਾ ਵੀ ਸਾਨੂੰ ਤਾਂ ਮਾਲਕ ਨੇ ਰਾਜੇ ਬਣਾਏ, ਵੀ ਅਸੀਂ ਤਾਂ ਐਵੇਂ ਸੁੱਤੇ ਹੋਏ ਭਿਖਾਰੀ ਮੰਗਤੇ ਬਣ ਕੇ ਮੰਗਦੇ ਫਿਰਦੇ।
ਸੋ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਸੁੱਤੇ ਨਾ ਰਹੋ, ਸੁਪਨਾ ਨਾ ਦੇਖੋ, ਭਿਖਾਰੀ ਨਾ ਬਣੋ, ਤੁਸੀਂ ਰਾਜੀ। ਹੁਣ ਇਹਦਾ ਭੇਦ ਸਾਨੂੰ ਫੇਰ ਹੀ ਆਏਗਾ ਜੇ ਅਸੀਂ ਜਾਗਾਂਗੇ। ਤਾਂ ਜਾਗਾਂਗੇ ਅਸੀਂ ਤਾਂ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ। ਜੇ ਅਸੀਂ ਗੁਰੂ ਦੀ ਮੱਤ ਲਵਾਂਗੇ, ਆਪਦੀ ਮੱਤ ਛੱਡਾਂਗੇ, ਤੇ ਫੇਰ ਹੀ ਸਾਡਾ ਮਨ ਜਾਗਣਾ। ਨਹੀਂ ਤਾਂ ਇਹ ਸੁੱਤਾ ਹੋਇਆ ਤੇ ਇਹਨੂੰ ਸੁਪਨਾ, ਇਹ ਜਿਹੜਾ ਸੁਪਨਾ ਹੀ ਪਿਆਰਾ ਲੱਗਦਾ, ਸੁਪਨਾ ਹੀ ਇਹਨੂੰ ਸੱਚ ਲੱਗਦਾ ਵੀ ਇਹੀਓ ਸਾਰਾ ਕੁਛ। ਇਹ ਮਹਾਰਾਜ ਕਹਿੰਦੇ ਵੀ ਇਹ ਸੁਪਨਾ ਇੱਕ ਦਿਨ ਟੁੱਟ ਜੇ। ਜਿਵੇਂ ਰਾਤ ਹੈ, ਸੁਪਨਾ ਅਸੀਂ ਕਿੰਨਾ ਵੀ ਸੋਹਣਾ ਦੇਖ ਲਈਏ, ਪਰ ਜਦੋਂ ਰਾਤ ਬੀਤ ਜਾਂਦੀ ਤੇ ਸੁਪਨਾ ਟੁੱਟ ਜਾਂਦਾ ਜਦੋਂ ਅਸੀਂ ਜਾਗ ਪੈਂਦੇ। ਹੁਣ ਇਸੇ ਤਰ੍ਹਾਂ ਹੀ ਇਹ ਸਾਡਾ ਜੀਵਨ ਹੈ ਜਿਹੜਾ, ਇਹ ਇੱਕ ਸੁਪਨੇ ਦੇ ਨਿਆਈ। ਮਹਾਰਾਜ ਤਾਈਓ ਕਹਿੰਦੇ ਜੈਸਾ ਸੁਪਨਾ ਰਹਿਣ ਕਾ ਤੈਸੋ ਇਹ ਸੰਸਾਰ। ਬਈ ਜਿਵੇਂ ਰਾਤ ਬੀਤ ਜਾਂਦੀ ਤੇ ਉਹ ਸੁਪਨਾ ਵੀ ਜਦੋਂ ਜਾਗਦੇ ਟੁੱਟ ਜਾਂਦਾ। ਹੁਣ ਇਸੇ ਤਰ੍ਹਾਂ ਹੀ ਇਹ ਜਗਤ ਸੁਪਨਾ। ਸੁਪਨੇ ਦੇ ਵਿੱਚ ਚਾਹੇ ਅਸੀਂ ਰਾਜੇ ਬਣ ਜਾਈਏ, ਚਾਹੇ ਭਿਖਾਰੀ ਬਣ ਜਾਈਏ, ਹੁੰਦਾ ਤਾਂ ਸੁਪਨਾ ਹੀ ਹੈ। ਜਦੋਂ ਸੁਪਨਾ ਟੁੱਟ ਜਾਏਗਾ ਤੇ ਉਹ ਸਾਰਾ ਕੁਛ ਹੀ ਖਤਮ ਹੋ ਜਾਣਾ। ਹੁਣ ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਵਿੱਚ ਜਦੋਂ ਮਨ ਸੁੱਤਾ ਹੁੰਦਾ, ਫਿਰ ਇਹ ਸੁਪਨੇ ਦੇ ਵਿੱਚ ਚੱਲਦਾ। ਸੁਪਨੇ 'ਚ ਹੀ ਕੋਈ ਰਾਜਾ ਬਣੇ ਤੇ ਕੋਈ ਭਿਖਾਰੀ ਬਣਿਆ, ਕੋਈ ਰੰਕ ਬਣੇ। ਜਦੋਂ ਜਾਗੇਗਾ ਤੇ ਸੁਪਨਾ ਟੁੱਟ ਜਾਏਗਾ, ਖਤਮ ਹੋ ਜਾਏਗਾ। ਹੁਣ ਤਾਈਓ ਮਹਾਰਾਜ ਕਹਿੰਦੇ ਵੀ ਤੁਸੀਂ ਸੁਪਨਾ ਨਾ ਦੇਖੋ, ਤੁਸੀਂ ਜਾਗੋ ਤੇ ਜਾ ਕੇ ਤੁਸੀਂ ਆਪਦੇ ਘਰ ਜਾਓ। ਜਦੋਂ ਅਸੀਂ ਆਪਦੇ ਘਰ ਜਾਵਾਂਗੇ, ਜਾਗਾਂਗੇ, ਤੇ ਫਿਰ ਸਾਨੂੰ ਪਤਾ ਲੱਗੂ ਵੀ ਸਾਡਾ ਸਿੰਘਾਸਨ ਕਾਇਮ ਹੈ, ਵੀ ਅਸੀਂ ਤਾਂ ਰਾਜੇ ਹਾਂ ਤੇ ਮਾਲਕ ਨੇ ਸਾਨੂੰ ਰਾਜੇ ਬਣਾਇਆ, ਥਾਪਿਆ ਸਾਨੂੰ ਰਾਜੇ। ਉਦੋਂ ਫਿਰ ਮਨ ਨੂੰ ਕਹਿੰਦੇ, ਜਦੋਂ ਇਹ ਜਾਗ ਪੈਂਦਾ, ਜਦੋਂ ਇਹ ਸਿੰਘਾਸਨ 'ਤੇ ਬੈਠ ਜਾਂਦਾ, ਫਿਰ ਕਹਿੰਦੇ ਇਹ ਖਾਲਸਾ। ਉਦੋਂ ਕਹਿੰਦੇ ਵੀ ਖਾਲਸੇ ਦਾ ਰਾਜ ਆ ਗਿਆ, ਖਾਲਸਾ ਰਾਜ। ਜਿਵੇਂ ਹੁਣ ਸੰਸਾਰ 'ਚ ਜੀਵ ਸਮਝਦੇ ਵੀ ਖਾਲਸੇ ਦਾ ਰਾਜ ਆਉਣਾ ਜੀ, ਖਾਲਸੇ ਨੇ ਰਾਜ ਕਰਨਾ ਜੀ। ਹੁਣ ਖਾਲਸੇ ਨੇ ਕਿੱਥੇ ਰਾਜ ਕਰਨਾ? ਉਹ ਦੇਸ਼, ਇਹ ਸਰੀਰ ਨੂੰ ਦੇਸ਼ ਕਹਿੰਦੇ, ਇਹਨੂੰ ਨਗਰੀ ਕਹਿੰਦੇ, ਤੇ ਇੱਥੇ ਖਾਲਸੇ ਨੇ ਰਾਜ ਕਰਨਾ। ਹੁਣ ਜਦੋਂ ਮਨ ਸੁੱਤਾ ਹੋਇਆ, ਫਿਰ ਇੱਥੇ ਰਾਜ ਕਿਹਦਾ? ਇੱਥੇ ਕੂੜ ਦਾ ਰਾਜ ਹੈ। ਫਿਰ ਕੂੜ ਦਾ ਰਾਜ ਕੌਣ ਕਰਦੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਫਿਰ ਜਦੋਂ ਇਹ ਰਾਜ ਕਰਦੇ, ਇਹਨਾਂ ਦੇ ਰਾਜ ਦੇ ਵਿੱਚ ਫਿਰ ਸਾਰਾ ਕੁਛ ਕੂੜ ਦਾ ਰਾਜ ਚੱਲਦਾ, ਤੇ ਜੀਵ ਕੂੜ ਦੇ ਨਾਲ ਹੀ ਜੁੜ ਜਾਂਦੇ। ਜਿਵੇਂ ਮਹਾਰਾਜ ਦੱਸਦੇ, ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਬਈ ਫਿਰ ਇਹ ਜਿਹੜਾ ਸਰੀਰ, ਇਹ ਵੀ ਕੂੜ, ਜਿਹੜਾ ਇਹਦੇ 'ਤੇ ਪਹਿਨਦੇ ਆ ਕੱਪੜਾ, ਕੱਪੜਾ ਵੀ ਕੂੜ। ਜਾਣੀ ਦੀ ਫਿਰ ਇਹ ਮਨ ਸੀ ਜਿਹੜਾ, ਇਹ ਕੂੜ ਦੇ ਨਾਲ ਹੀ ਜੁੜ ਜਾਂਦਾ। ਕੂੜ ਕਾਇਆ, ਕੂੜ ਕੱਪੜ, ਕੂੜ ਪਹਿਨਣਹਾਰ, ਕੂੜ ਸੋਇਨਾ, ਕੂੜ ਰੂਪਾ। ਮਹਾਰਾਜ ਕਹਿੰਦੇ ਫਿਰ ਸਾਰਾ ਹੀ ਇਹ ਕੂੜ ਹੀ ਕੂੜ ਹੈ। ਦੇਖੋ, ਇਹ ਸੋਨਾ ਪਹਿਨ ਲਿਆ, ਕੱਪੜੇ ਪਹਿਨ ਲਏ, ਇਹਨੂੰ ਸਜਾ ਲਿਆ ਸਰੀਰ ਨੂੰ, ਇਹ ਸਾਰਾ ਕੁਛ ਕੂੜ ਹੀ ਕੂੜ, ਕਿਉਂਕਿ ਕੂੜ ਦੇ ਨਾਲ ਜੁੜ ਜਾਂਦਾ। ਬਈ ਇਹਨੂੰ ਆਪਦੇ ਘਰ ਦਾ ਨਹੀਂ ਪਤਾ, ਘਰ ਦੀ ਸੋਝੀ ਨਹੀਂ। ਇਹ ਜਿਹੜਾ ਕੂੜ ਸੀ, ਇੱਧਰ ਕੂੜ ਦੇ ਨਾਲ ਜੁੜ ਗਿਆ। ਉਦੋਂ ਕਹਿੰਦੇ ਕੂੜ ਦਾ ਰਾਜ। ਇਹ ਮਹਾਰਾਜ ਕਹਿੰਦੇ ਕੂੜ ਕੂੜੋ ਨੇਹੋ ਲੱਗਾ, ਵਿਸਰਿਆ ਕਰਤਾਰ। ਵੀ ਕੂੜ ਦਾ ਕੂੜ ਦੇ ਨਾਲ ਪਿਆਰ ਪੈ ਜਾਂਦਾ। ਜੋ ਮਾਲਕ ਸੀ, ਮਾਲਕ ਵਿਸਰ ਜਾਂਦਾ। ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਕੈਸ ਨਾਲ ਕੀਜੇ ਦੋਸਤੀ, ਸਭ ਜਗ ਚੱਲਣਹਾਰ। ਵੀ ਇੱਥੇ ਦਾ ਸਾਰਾ ਕੁਛ ਹੀ ਕੂੜ ਹੀ ਕੂੜ ਹੈ, ਤੇ ਕਿਹਦੇ ਨਾਲ ਦੋਸਤੀ ਕਰੀਏ, ਕਿਉਂਕਿ ਸਾਰਾ ਕੁਛ ਹੀ ਬਿਨਸਣਹਾਰ। ਇਹ ਮਹਾਰਾਜ ਕਹਿੰਦੇ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਬਖਾਣੇ ਬੇਨਤੀ, ਤੁਧ ਬਾਂਝ ਸਭ ਕੂੜੋ ਕੂੜ।
ਜਦੋਂ ਫਿਰ ਮਨ ਭਿਖਾਰੀ ਮੰਗਤਾ ਬਣ ਜਾਂਦਾ, ਇਹ ਨਖਾਲਸ ਹੋ ਜਾਂਦਾ, ਤੇ ਉਦੋਂ ਫਿਰ ਕੂੜ ਦਾ ਰਾਜ ਚੱਲਦਾ। ਕੂੜ ਦੇ ਰਾਜ ਦੇ ਵਿੱਚ ਆਹ ਸਾਰਾ ਕੁਛ ਹੁੰਦਾ ਵੀ ਕੂੜ ਦੇ ਰਾਜ ਦੇ ਵਿੱਚ ਜੀਵ ਨੂੰ ਆਪਦੇ ਘਰ ਦਾ ਨਹੀਂ ਪਤਾ ਹੁੰਦਾ, ਉਹ ਆਪਦੇ ਘਰ ਦੀ ਗੱਲ ਨਹੀਂ ਕਰੇਗਾ, ਨਿੱਜ ਮਹਿਲ ਦੀ ਜਾਂ ਮਾਲਕ ਦੀ। ਉਹ ਕੂੜ ਦੇ ਨਾਲ ਕੂੜ ਦਾ ਨੇਹ ਲੱਗਿਆ ਹੋਇਆ ਤੇ ਉਹਨੇ ਕੂੜ ਦੀ ਗੱਲ ਕਰਨੀ। ਇਸ ਵਾਸਤੇ 'ਚ ਫਿਰ ਮਹਾਰਾਜ ਕਹਿੰਦੇ ਵੀ ਕੂੜ ਦਾ ਰਾਜ। ਇਹ ਆਪਾਂ ਕਹਿੰਦੇ ਹਾਂ ਵੀ ਖਾਲਸੇ ਦਾ ਰਾਜ ਆਉਣਾ। ਹੁਣ ਖਾਲਸੇ ਨੇ ਰਾਜ ਕਿੱਥੇ ਕਰਨਾ? ਜਿਹੜਾ ਕੂੜ ਦਾ ਰਾਜ, ਇਹਨੂੰ ਛੱਡ ਕੇ ਤੋਂ ਉੱਪਰ ਉੱਠਣਾ ਮਨ ਨੇ, ਤੇ ਮਨ ਨੇ ਖਾਲਸਾ ਬਣਨਾ, ਤੇ ਫਿਰ ਖਾਲਸੇ ਦਾ ਰਾਜ ਆਉਣਾ। ਜਦੋਂ ਖਾਲਸੇ ਦਾ ਰਾਜ ਆਏਗਾ ਤੇ ਫਿਰ ਇਹ ਕੂੜ ਨਹੀਂ ਰਹੇਗਾ, ਇਹ ਕੂੜ ਪਾਸੇ ਹਟ ਜੇ। ਇਹ ਉਦੋਂ ਫਿਰ ਮਹਾਰਾਜ ਕਹਿੰਦੇ ਵੀ ਖਾਲਸਾ ਰਾਜ। ਖਾਲਸਾ ਉਦੋਂ ਬਣਦਾ ਮਨ ਜਦੋਂ ਇਹ ਜਾਗ ਪੈਂਦਾ। ਜਦ ਤੱਕ ਜਾਗਦਾ ਨਹੀਂ ਉਹਨਾਂ ਸਮਾਂ ਨਖਾਲਸ, ਖਾਲਸਾ ਨਹੀਂ। ਇਉਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਪੂਰਨ ਜੋਤ ਜਗੇ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ। ਬਈ ਜੇ ਤਾਂ ਮਨ ਦੀ ਜੋਤ ਪ੍ਰਗਟ ਹੋ ਗਈ, ਜੇ ਤਾਂ ਇਹ ਜਾਗ ਪਿਆ, ਫਿਰ ਤਾਂ ਇਹ ਖਾਲਸਾ ਬਣ ਜਾਂਦਾ। ਜਦ ਤੱਕ ਹੁਣ ਇਹ ਸੁੱਤਾ ਹੈ ਉਹਨਾਂ ਸਮਾਂ ਇੰਨਾ ਖਾਲਸ ਹੋਇਆ ਹੋਇਆ। ਖਾਲਸੇ ਦਾ ਭਾਵ ਹੁੰਦਾ ਵੀ ਸ਼ੁੱਧ ਪਿਓਰ, ਵੀ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਜਿਹਦੇ ਵਿੱਚ ਕੋਈ ਮੈਲ ਨਹੀਂ, ਉਦੋਂ ਕਹਿੰਦੇ ਖਾਲਸ। ਜਦੋਂ ਮਨ ਮੈਲਾ ਹੈ ਉਦੋਂ ਕਹਿੰਦੇ ਨਖਾਲਸ। ਹੁਣ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਫਿਰ ਬਈ ਖਾਲਸਾ ਰਾਜ ਕੋਈ ਇਹ ਨਹੀਂ ਵੀ ਅਸੀਂ ਬਾਹਰ ਲੜੀ ਜਾਈਏ। ਹੁਣ ਜਿਹੜਾ ਝਗੜਾ ਇਹ ਸਾਡੇ ਅੰਦਰ ਦਾ ਵੀ ਇੱਥੇ ਨਗਰੀ ਦੇ ਉੱਤੇ, ਇਸ ਦੇਸ਼ ਦੇ ਉੱਤੇ ਅਸੀਂ ਰਾਜ ਕਰ, ਉਦੋਂ ਹੀ ਹੋਏਗਾ ਜਦੋਂ ਹੁਣ ਰਾਜਾ ਜਾਗੇਗਾ। ਜੇ ਰਾਜਾ ਹੀ ਸੁੱਤਾ ਪਿਆ ਫਿਰ ਤਾਂ ਕੂੜ ਦਾ ਰਾਜ ਚੱਲਦਾ ਹੀ ਹੈ। ਜਦੋਂ ਕੂੜ ਦਾ ਰਾਜ ਹੁੰਦਾ ਫਿਰ ਉਦੋਂ ਇਹ ਜਿਹੜੀ ਨਗਰੀ ਹੈ ਇਹਨੂੰ ਦੇਸ਼ ਦਾ ਨਾਮ ਦਿੱਤਾ। ਜੋ ਆਪਾਂ ਬ੍ਰਹਿਮੰਡ ਦੇ ਵਿੱਚ ਬਾਹਰ ਦੇਖਦੇ ਹਾਂ ਉਹੀਓ ਸਾਡੇ ਪਿੰਡ ਦੇ ਵਿੱਚ, ਸਰੀਰ ਦੇ ਵਿੱਚ। ਮਹਾਰਾਜ ਕਹਿੰਦੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਹੁਣ ਸਾਡੇ ਅੰਦਰ ਕਰੋੜਾਂ ਜੀਵ ਵਸਦੇ, ਇਹ ਦੇਸ਼ ਹੈ ਤੇ ਦੇਸ਼ ਦੇ ਜੀਵ ਨੇ ਜਿਹੜੇ ਉਹ ਵਾਸੀ ਨੇ, ਇਹ ਦੇਸ਼ ਦੇ ਵਿੱਚ ਰਹਿੰਦੇ ਨੇ। ਹੁਣ ਜੇ ਖਾਲਸਾ ਮਨ ਸੀ ਜਿਹੜਾ ਉਹ ਸੌ ਜਾਂਦਾ, ਉਹ ਨਖਾਲਸ ਹੋ ਜਾਂਦਾ, ਭਰਮ 'ਚ ਚਲਾ ਜਾਂਦਾ ਹੈ। ਫਿਰ ਇੱਥੇ ਰਾਜ ਹੈ ਜਿਹੜਾ ਕੂੜ ਦਾ ਸ਼ੁਰੂ ਹੋ ਜਾਂਦਾ, ਤੇ ਕੂੜ ਦੇ ਰਾਜ ਦੇ ਵਿੱਚ ਇਹ ਜਿਹੜੀ ਪਰਜਾ ਹੈ, ਪਰਜਾ ਨੂੰ ਫਿਰ ਨਸ਼ਾ ਵੰਡਣਾ ਸ਼ੁਰੂ ਕਰ ਦਿੰਦੇ। ਇਹ ਪਰਜਾ ਨੂੰ ਫਿਰ ਭੁੱਖਾ ਰੱਖਦੇ, ਇਹਨਾਂ ਨੂੰ ਨੰਗਿਆਂ ਰੱਖਦੇ, ਇਹਨਾਂ ਨੂੰ ਨਸ਼ਾ ਦਿੰਦੇ। ਇਸ ਤਰੀਕੇ ਨਾਲ ਫਿਰ ਇਹ ਦੇਸ਼ ਦੇ ਵਿੱਚ ਅੰਦਰ ਹੀ ਹੜਤਾਲਾਂ ਸ਼ੁਰੂ ਹੋ ਜਾਂਦੀਆਂ, ਅੰਦਰ ਹੀ ਦੰਗੇ ਫਸਾਦ ਸ਼ੁਰੂ ਹੋ ਜਾਂਦੇ। ਜੀਵ ਨੇ ਜਿਹੜੇ ਨਸ਼ੇੜੀ ਹੋ ਜਾਂਦੇ, ਨਸ਼ੇ 'ਤੇ ਲੱਗ ਜਾਂਦੇ। ਹੌਲੀ ਇਸ ਕਰਕੇ ਫਿਰ ਜੇ ਹੁਣ ਸਾਡੇ ਅੰਦਰ ਇਹ ਦੰਗੇ ਸ਼ੁਰੂ ਹੋ ਗਏ, ਜੇ ਸਾਡੇ ਅੰਦਰ ਹੀ ਇਹ ਨਸ਼ਾ ਜਾਣਾ ਸ਼ੁਰੂ ਹੋ ਗਿਆ, ਫਿਰ ਜੇ ਹੁਣ ਪਰਜਾ ਹੀ ਦੁਖੀ ਹੈ ਤੇ ਰਾਜਾ ਕਿਵੇਂ ਸੁਖੀ ਹੋਏਗਾ? ਰਾਜਾ ਤਾਂ ਭਰਮ ਦੇ ਵਿੱਚ ਗਿਆ ਹੋਇਆ, ਸੁੱਤਾ ਪਿਆ, ਨਖਾਲਸ ਹੋਇਆ, ਤੇ ਫਿਰ ਇਹ ਕੂੜ ਦਾ ਰਾਜ ਇਹ ਪੰਜੇ ਘਰ 'ਚ। ਫਿਰ ਇਹਨਾਂ ਦੇ ਰਾਜ ਦੇ ਵਿੱਚ ਇਹ ਪਰਜਾ ਸਾਰੀ ਦੁਖੀ ਹੁੰਦੀ। ਜਦੋਂ ਪਰਜਾ ਦੁਖੀ ਹੋਏਗੀ ਤੇ ਫਿਰ ਸਾਡੀ ਇਹ ਹਾਲਤ ਬਣਦੀ, ਜਿਹੜਾ ਅਸੀਂ ਕਹਿੰਦੇ ਹਾਂ ਨਾ ਵੀ ਮੇਰਾ ਮਨ ਨਹੀਂ ਲੱਗਦਾ, ਮੇਰਾ ਮਨ ਬੜਾ ਦੁਖੀ ਹੈ, ਮੇਰਾ ਮਨ ਬੜਾ ਸ਼ਾਂਤ ਹੈ, ਮੇਰੇ ਘਰ ਦੇ ਵਿੱਚ ਬੜਾ ਦੁੱਖ ਹੈ, ਬੜਾ ਕਲੇਸ਼। ਉਹ ਕਲੇਸ਼ ਦਾ ਕਾਰਨ ਇਹੀ ਹੈ ਵੀ ਜਿਹੜਾ ਰਾਜ ਉਹ ਕੂੜ ਦਾ ਹੋ ਰਹੀ। ਜੇ ਖਾਲਸੇ ਦਾ ਰਾਜ ਹੋਵੇ ਤੇ ਫਿਰ ਆਹ ਕੁਛ ਨਹੀਂ ਹੁੰਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਖਾਲਸਾ
ਸਾਡੇ ਮਨ ਨੇ ਬਣਨਾ। ਬਾਹਰੀ ਇਕੱਲਾ ਕਿਸੇ ਪਹਿਰਾਵੇ ਦਾ ਨਾ ਖਾਲਸਾ ਨਹੀਂ ਹੈ। ਖਾਲਸ ਸਾਡੇ ਮਨ ਦੀ ਅਵਸਥਾ ਹੈ। ਸਾਡਾ ਮਨ ਜਦੋਂ ਜਾਗ ਪੈਂਦਾ ਤ੍ਰੈ ਗੁਣਾਂ ਤੋਂ ਉੱਪਰ ਉੱਠ ਜਾਂਦਾ ਮਾਇਆ ਤੋਂ, ਉਦੋਂ ਕਹਿੰਦੇ ਵੀ ਇਹ ਖਾਲਸਾ। ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ, ਜਿਹੜੇ ਮਾਲਕ ਦੀ ਬੰਦਗੀ ਕਰਦੇ, ਉਹ ਜਾਣੇ ਜਿਹੜੇ ਗੁਰਮੁਖ, ਉਹ ਖਾਲਸੇ ਬਣ ਜਾਂਦੇ। ਮਹਾਰਾਜ ਉਹਨਾਂ ਵਰਤਾਏ ਫਰਮਾਉਂਦੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਹ ਜਾਨੀ। ਬਈ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣਿਆ ਉਹ ਗੁਰਮੁਖ ਖਾਲਸੇ। ਜਿਨ੍ਹਾਂ ਦਾ ਮਨ ਸ਼ੁੱਧ ਹੋ ਗਿਆ ਉਹ ਖਾਲਸੇ ਹੋ ਗਏ। ਜਦੋਂ ਮਨ ਖਾਲਸ ਹੋ ਗਿਆ ਤੇ ਫਿਰ ਇਹਨੇ ਘਰ ਚਲਾ ਜਾਣਾ, ਨਿਜ ਮਹਿਲ ਥਿਰ ਘਰ ਦੇ ਵਿੱਚ। ਫਿਰ ਇਹ ਜਿਹੜਾ ਹਲੀਮੀ ਰਾਜ ਕਰਦਾ, ਉਦੋਂ ਕਹਿੰਦੇ ਖਾਲਸ ਰਾਜਾ ਹੁਆ ਹਲੀਮੀ ਰਾਜ ਜੀਓ। ਵੀ ਉਦੋਂ ਕਹਿੰਦੇ ਵੀ ਹੁਣ ਹਲੀਮੀ ਰਾਜ। ਜਦੋਂ ਫਿਰ ਹਲੀਮੀ ਰਾਜ ਹੋਏਗਾ, ਜਿਹੜੇ ਫਿਰ ਇਹ ਕਰੋੜਾਂ ਜੀਵ ਵੱਸਦੇ ਸਾਡੇ ਅੰਦਰ, ਫਿਰ ਮਨ ਹੈ ਜਿਹੜਾ ਫਿਰ ਇਹ ਪਾਉਣ ਦੀ ਜਗ੍ਹਾ ਸਹੀ ਪਾਉਣ ਸਪਲਾਈ ਕਰਦਾ, ਪਾਣੀ ਦੀ ਜਗ੍ਹਾ ਪਾਣੀ, ਅਗਨ ਦੀ ਜਗ੍ਹਾ ਅਗਨ। ਅਤੇ ਫਿਰ ਜਿਹੜੇ ਅੱਗੇ ਜੀਵ ਨੇ ਉਹਨਾਂ ਦੇ ਮਨ ਨੇ, ਉਹ ਮਨਾਂ ਦੀ ਜਿਹੜੀ ਖੁਰਾਕ ਹੈ ਉਹ ਖੁਰਾਕ ਅੰਮ੍ਰਿਤ। ਫਿਰ ਇਹ ਰਾਜਾ ਜਿਹੜਾ ਖਾਲਸਾ ਹੈ, ਫਿਰ ਇਹ ਅੰਮ੍ਰਿਤ ਤਿਆਰ ਕਰਦਾ। ਫਿਰ ਇਹ ਸਾਰੀ ਪਰਜਾ ਜਿਹੜੀ ਉਹ ਪਰਜਾ ਨੂੰ ਅੰਮ੍ਰਿਤ ਤਿਆਰ ਕਰਕੇ ਦਿੰਦਾ। ਫਿਰ ਇਹ ਕਿਵੇਂ ਅੰਮ੍ਰਿਤ ਤਿਆਰ ਕਰਦਾ? ਫਿਰ ਖੀਰ ਨੂੰ ਬੁਲਾਉਂਦਾ। ਖੀਰ ਕਹਿੰਦੇ ਸਮੁੰਦਰ ਨੂੰ, ਜਿਹੜੇ ਸਮੁੰਦਰ ਨੂੰ ਰਿੜਕਦਾ। ਉਹ ਜਿਵੇਂ ਆਪਾਂ ਬਾਹਰ ਦੇਖਦੇ ਹਾਂ ਸਮੁੰਦਰ, ਇਸੇ ਤਰ੍ਹਾਂ ਹੀ ਸਾਡੇ ਅੰਦਰ ਸਮੁੰਦਰ ਨੇ। ਫਿਰ ਇਹਨਾਂ ਸਮੁੰਦਰਾਂ ਨੂੰ ਇਹ ਬੁਲਾਉਂਦਾ ਹੈ, ਬੁਲੋ ਕੇ ਫਿਰ ਰਿੜਕ ਕੇ ਫਿਰ ਇੱਥੋਂ ਅੰਮ੍ਰਿਤ ਤਿਆਰ ਕਰਦਾ ਅਤੇ ਫਿਰ ਉਹਨਾਂ ਜੀਵਾਂ ਨੂੰ ਪਿਆਉਂਦਾ ਅੱਗੇ। ਮਹਾਰਾਜ ਫਰਮਾਉਂਦੇ, ਮੇਰੇ ਰਾਮ ਐਸਾ ਖੀਰ ਬਲੋਈਏ, ਗੁਰਮਤਿ ਮਨੁਆ ਆਸਥ ਰੱਖੋ, ਇਹਨ ਬਿਦ ਅੰਮ੍ਰਿਤ ਪੀਓਈਏ। ਫਿਰ ਇਹ ਅੰਮ੍ਰਿਤ ਜਦੋਂ ਤਿਆਰ ਕਰਦਾ ਅਤੇ ਫਿਰ ਇਹ ਸਾਰੀ ਨਗਰੀ ਨੂੰ ਅੰਮ੍ਰਿਤ ਦਿੰਦਾ। ਅਤੇ ਸਾਰੀ ਨਗਰੀ ਅਮਰ ਹੋ ਜਾਂਦੀ, ਸਾਰਾ ਦੇਸ਼ ਹੀ ਅਮਰ ਹੋ ਜਾਂਦਾ। ਇਸ ਵਾਸਤੇ ਫਿਰ ਆਪਾਂ ਸੁਣਦੇ ਹਾਂ ਵੀ ਕਈ ਐਸੇ ਰਾਜੇ ਹੋਏ ਵੀ ਜਿਹੜੇ ਸਾਰੀ ਨਗਰੀ ਨੂੰ ਹੀ ਮੁਕਤ ਕਰਾ ਕੇ ਲੈ ਕੇ। ਹੁਣ ਉਹ ਰਾਜੇ ਕਿਹੜੀ ਨਗਰੀ ਨੂੰ ਮੁਕਤ ਕਰਾ ਕੇ ਲੈ ਗਏ? ਉਹ ਬਾਹਰ ਨਹੀਂ ਕੋਈ ਨਗਰੀ, ਇਸ ਸਰੀਰ ਨੂੰ ਨਗਰੀ ਕਹਿੰਦੇ, ਕਾਇਆ ਨਗਰੀ। ਇਹ ਮਨ ਰਾਜਾ, ਵੀ ਜਿਹੜਾ ਮਨ ਹੈ ਇਹ ਕਾਇਆ ਦਾ ਨਗਰੀ ਦਾ ਰਾਜਾ ਹੈ। ਜਦੋਂ ਇਹ ਰਾਜਾ ਜਾਗ ਪਿਆ, ਖਾਲਸਾ ਹੋ ਗਿਆ ਅਤੇ ਇਹਨੇ ਸਾਰੀ ਨਗਰੀ ਹੀ ਮੁਕਤ ਕਰਾ ਲਈ। ਫਿਰ ਇਹ ਆਪ ਵੀ ਅਮਰ ਹੋ ਜਾਂਦਾ ਅਤੇ ਸਾਰੀ ਨਗਰੀ ਅਮਰ ਹੋ ਜਾਂਦੀ। ਫਿਰ ਇਹ ਆਪ ਵੀ ਮਾਲਕ ਦੀ ਭਗਤੀ ਕਰਦਾ ਅਤੇ ਜਿਹੜੀ ਸਾਰੀ ਨਗਰੀ ਦੇ ਵਿੱਚ ਜਿੰਨੇ ਵੀ ਕਰੋੜਾਂ ਜੀਵ ਵੱਸਦੇ, ਉਹ ਸਾਰੇ ਫਿਰ ਮਾਲਕ ਦੀ ਭਗਤੀ ਕਰਦੇ। ਉਹ ਫਿਰ ਸਾਰੇ ਬੰਦਗੀ 'ਤੇ ਲੱਗ ਜਾਂਦੇ। ਆਈਆਂ ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ ਉਹ ਰੋਮ ਰੋਮ ਮਾਲਕ ਨੂੰ ਧਿਆਉਂਦੇ। ਰੋਮ ਰੋਮ ਫਿਰ ਸਾਡੀ ਇਹ ਜਿਹੜੀ ਨਗਰੀ ਸਾਰੀ, ਇਹ ਫਿਰ ਸਾਰੀ ਨਗਰੀ ਸਿਮਰਨ ਕਰਨ ਲੱਗ ਜਾਂਦੀ। ਮਹਾਰਾਜ ਇਸ ਲਈ ਫਰਮਾਉਂਦੇ, ਗੁਰਮੁਖ ਰੋਮ ਰੋਮ ਹਰ ਧਿਆਵੇ। ਬਈ ਗੁਰਮੁਖ ਰੋਮ ਰੋਮ ਪਰਮਾਤਮਾ ਨੂੰ ਧਿਆਉਂਦਾ। ਇਹ ਉਦੋਂ ਕਹਿੰਦੇ ਵੀ ਸਾਰੀ ਨਗਰੀ ਹੀ ਸੁਖੀ ਹੋ ਗਈ, ਸਾਰਾ ਨਗਰ ਹੀ ਵੱਡੇ ਭਾਗਾਂ ਵਾਲਾ ਹੋ ਗਿਆ। ਕਿਉਂਕਿ ਉਹ ਜਿਹੜਾ ਮਨ ਸੀ ਉਹ ਰਾਜਾ, ਉਹ ਖਾਲਸਾ ਹੋ ਗਿਆ ਅਤੇ ਖਾਲਸੇ ਨੇ ਸਾਰੀ ਨਗਰੀ ਨੂੰ ਹੀ ਲਾ ਦਿੱਤਾ ਸਿਮਰਨ ਕਰਨ 'ਤੇ, ਭਗਤੀ ਕਰਨ 'ਤੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਗੁਰਮੁਖਾਂ ਦਾ ਜਿਹੜਾ ਮਨ ਤਾਂ ਪ੍ਰਵਾਨ ਹੁੰਦਾ ਹੀ ਹੈ, ਉਹਨਾਂ ਦਾ ਫਿਰ ਇਹ ਤਨ ਵੀ ਪ੍ਰਵਾਨ ਹੋ ਜਾਂਦਾ, ਜਿਹੜੇ ਸਤਿਗੁਰ ਦੇ ਨਾਲ ਚਿੱਤ ਲਾ ਲੈਂਦੇ, ਜਿਹੜੇ ਖਾਲਸੇ ਬਣ ਜਾਂਦੇ। ਮਹਾਰਾਜ ਇਸ ਲਈ ਫਰਮਾਉਂਦੇ, ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਬਈ ਜਿਨ੍ਹਾਂ ਨੇ ਚਿੱਤ ਸਤਿਗੁਰ ਨਾਲ ਜੋੜ ਲਿਆ, ਉਹਨਾਂ ਦਾ ਮਨ ਵੀ ਅਤੇ ਤਨ ਵੀ ਪ੍ਰਵਾਨ ਹੋ ਜਾਂਦਾ, ਉਹਨਾਂ ਦੀ ਸਾਰੀ ਨਗਰੀ ਪ੍ਰਵਾਨ ਹੋ ਜਾਂਦੀ।
ਇਸ ਅਵਸਥਾ 'ਚ ਫਿਰ ਆਪਾਂ ਨੂੰ ਸਮਝਾਉਂਦੇ ਬਾਬਾ ਕਬੀਰ ਜੀ ਕਹਿੰਦੇ ਵੀ ਉਹ ਮੁੱਖ ਧਨ ਹੈ ਜਿਹੜਾ ਮੁੱਖ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਦਾ। ਮਹਾਰਾਜ ਕਹਿੰਦੇ ਵੀ ਉਹ ਸਾਰੀ ਨਗਰੀ ਹੀ, ਉਹ ਸਾਰਾ ਗ੍ਰਾਮ ਹੀ ਪਵਿੱਤਰ ਹੋ ਜਾਂਦਾ। ਵੀਰ ਸੋਈ ਮੁਖ ਧਨ ਹੈ, ਜੈ ਮੁਖ ਕਹੀਏ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਵੀ ਉਹ ਕਿਹੜਾ ਗ੍ਰਾਮ, ਕਿਹੜਾ ਨਗਰ, ਇਹ ਸਰੀਰ, ਇਹ ਨਗਰੀ, ਇਹ ਸਾਰੀ ਨਗਰੀ ਪਵਿੱਤਰ ਹੋ ਜਾਂਦੀ। ਉਦੋਂ ਫਿਰ ਕਹਿੰਦੇ ਵੀ ਇਹ ਮਨ, ਇਹ ਖਾਲਸਾ ਹੈ, ਇਹਦੇ ਨਗਰੀ ਦੇ ਉੱਤੇ ਖਾਲਸੇ ਦਾ ਰਾਜ ਹੋ ਰਿਹਾ। ਤੇ ਇਹ ਰਾਜ ਫਿਰ ਸਾਨੂੰ ਸਤਿਗੁਰੂ ਕਹਿੰਦੇ ਵੀ ਇਹ ਰਾਜ ਸਾਨੂੰ ਦਿੰਦੇ, ਸਤਿਗੁਰੂ ਬਖਸ਼ਿਸ਼ ਕਰਦੇ। ਹੁਣ ਇਹ ਰਾਜ ਲੈਣ ਵਾਸਤੇ ਸਾਨੂੰ ਅੰਤਰਮੁਖੀ ਹੋਣਾ ਪੈਣਾ ਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ। ਸਾਨੂੰ ਆਪਦੀ ਮੱਤ ਜਿਹੜੀ ਇਹ ਛੱਡਣੀ ਪੈਣੀ। ਜੋ ਅਸੀਂ ਬਾਹਰ ਲੜਦੇ ਹਾਂ, ਜੋ ਅਸੀਂ ਬਾਹਰ ਮੁਖੀ ਹਾਂ, ਇਹ ਸਾਨੂੰ ਛੱਡ ਕੇ ਸਾਨੂੰ ਅੰਦਰਮੁਖੀ ਹੋਣਾ ਪੈਣਾ। ਫਿਰ ਸਾਨੂੰ ਅੰਦਰ ਦੀ ਸੋਝੀ ਆਉਣੀ, ਫਿਰ ਸਾਨੂੰ ਭੇਤ ਆਉਣਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰੂ ਸਾਹਿਬ ਨੇ ਪਹਿਲਾਂ ਸਾਡੇ ਮਨਾਂ ਨੂੰ ਸੰਤ ਬਣਾਏ। ਸੰਤ ਹੈ ਜਿਹੜਾ ਉਹ ਅੰਦਰੋਂ ਲੜਦਾ ਪਹਿਲਾਂ, ਤੇ ਫਿਰ ਉਹਨੂੰ ਸੰਤ ਤੋਂ ਸਿਪਾਹੀ ਬਣਾਇਆ ਜਾਂਦਾ, ਬਾਹਰੀ ਸ਼ਾਸਤਰਧਾਰੀ ਕਰਕੇ। ਕਿ ਅੱਗੇ ਪੁਰਾਤਨ ਸਮਿਆਂ ਦੇ ਵਿੱਚ ਪਹਿਲਾਂ ਜਿਹੜੇ ਅਗਿਆਨੀ ਜੀਵ ਸੀ, ਸੰਤ ਕਿਸੇ ਨੂੰ ਕੁਛ ਕਹਿੰਦੇ ਨਾ, ਉਹ ਸਹਿਜ ਵਿੱਚ ਰਹਿੰਦੇ ਤੇ ਉਹ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੰਦੇ। ਉਹ ਮਾਲਕ ਦਾ ਭਾਣਾ ਮੰਨ ਕੇ ਸਹਿਜ ਦੇ ਵਿੱਚ ਰਹਿੰਦੇ ਤੇ ਉਹ ਉਹਨਾਂ ਨੂੰ ਫਿਰ ਸਜ਼ਾ ਦਿੰਦੇ। ਤੇ ਇਸ ਵਾਸਤੇ ਫਿਰ ਮਹਾਰਾਜ ਨੇ ਸੰਤ ਤੋਂ ਸਿਪਾਹੀ ਬਣਾ ਦਿੱਤੇ ਬਈ ਜਿਹੜਾ ਸੰਤ ਉਹ ਅੰਦਰੋਂ ਤਾਂ ਸਹਿਜ ਦੇ ਵਿੱਚ ਹੈਗਾ ਹੀ ਹੈ, ਉਹਨੇ ਮਾਲਕ ਨਾਲ ਮਿਲਾਪ ਕੀਤਾ ਤੇ ਉਹਨੂੰ ਫਿਰ ਸ਼ਾਸਤਰਧਾਰੀ ਕਰਕੇ ਸੰਤ ਤੋਂ ਸਿਪਾਹੀ ਬਣਾਇਆ ਵੀ ਤਾਂ ਕਿ ਜਿਹੜੇ ਜੀਵ ਅਗਿਆਨੀ ਨੇ ਵੀ ਉਹ ਇਹ ਤਨ ਦਾ, ਸਰੀਰ ਦਾ ਵੀ ਕੋਈ ਨੁਕਸਾਨ ਨਾ ਕਰਨ, ਕਿ ਉਹ ਆਪਦੀ ਰੱਖਿਆ ਵੀ ਕਰ ਸਕੇ। ਤੇ ਜਿਹੜਾ ਕੋਈ ਉਹਦੀ ਸ਼ਰਨ ਦੇ ਵਿੱਚ ਆਉਂਦਾ ਹੈ ਤੇ ਜਦੋਂ ਉਹ ਦੇਖਦਾ ਸਹਿਜ ਦੇ ਵਿੱਚ ਦਿਵ ਦ੍ਰਿਸ਼ਟੀ ਦੁਆਰਾ ਵੀ ਦੂਸਰਾ ਜੀਵ ਜਿਹੜਾ ਨਾਸਤਕ ਹੈ ਵੀ ਉਹ ਇਹਦਾ ਨੁਕਸਾਨ ਕਰੇਗਾ, ਤੇ ਉਹ ਫਿਰ ਸ਼ਰਨ ਦੇ ਵਿੱਚ ਆਏ ਦੀ ਰੱਖਿਆ ਵੀ ਕਰਦਾ। ਉਹ ਸ਼ਰਨ ਦੇ ਵਿੱਚ ਆਏ ਦੀ ਖਾਤਰ ਉਹ ਆਪਣਾ ਆਪਾ ਵੀ ਵਾਰ ਦਿੰਦਾ, ਪਿੱਛੇ ਨਹੀਂ ਹਟਦਾ। ਐਸਾ ਮਹਾਰਾਜ ਨੇ ਫਿਰ ਸੰਤ ਸਿਪਾਹੀ ਬਣਾਏ ਬਈ ਇਹ ਨਹੀਂ ਵੀ ਇਕੱਲਾ ਬਾਹਰੀ ਅਸੀਂ ਵੀ ਅੰਦਰੋਂ ਨਾ ਲੜੀਏ ਅਸੀਂ ਇਹਨਾਂ ਦੇ ਨਾਲ, ਬਕਾਰਾਂ ਦੇ ਨਾਲ। ਤੇ ਜੇ ਅਸੀਂ ਪਹਿਲਾਂ ਸੰਤ ਨਹੀਂ ਬਣੇ ਤੇ ਸੰਤ ਤੋਂ ਬਿਨਾਂ ਅਸੀਂ ਸਿਪਾਹੀ ਨਹੀਂ ਬਣ ਸਕਦੇ। ਕਿ ਅੱਗੇ ਜਿਹੜਾ ਸੰਤ ਹੈ ਉਹ ਬੈਰ ਵਿਰੋਧ ਤੋਂ ਉੱਪਰ ਉੱਠਿਆ ਹੋਇਆ, ਉਹਦਾ ਕਿਸੇ ਨਾਲ ਕੋਈ ਬੈਰ ਨਹੀਂ, ਕੋਈ ਉਸਦਾ ਕਿਸੇ ਨਾਲ ਵਿਰੋਧਤਾ ਨਹੀਂ। ਉਹ ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰਦਾ, ਉਹ ਹਉਮੈ ਹੰਕਾਰ ਤੋਂ ਰਹਿਤ। ਹੁਣ ਐਸਾ ਜਿਹੜਾ ਸੰਤ ਅੰਦਰੋਂ ਅੰਮ੍ਰਿਤ ਪੀਂਦਾ ਹੈ ਉਹਨੂੰ ਫਿਰ ਬਾਹਰੋਂ ਅੰਮ੍ਰਿਤ ਤਿਆਰ ਕਰਕੇ ਦਿੱਤਾ ਜਾਂਦਾ, ਕਿਉਂਕਿ ਅੰਮ੍ਰਿਤ ਇੱਕੋ ਹੀ ਹੈ, ਅੰਮ੍ਰਿਤ ਦੋ ਨਹੀਂ ਹੈ। ਮਹਾਰਾਜ ਫਰਮਾਉਂਦੇ ਜਨ ਵਡਿਆਈ ਤੇਰੇ ਨਾਮ ਕੀ, ਤੇਰਾ ਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ। ਬਈ ਸੰਤ ਹੈ ਜਿਹੜਾ ਉਹ ਅੰਦਰੋਂ ਤਾਂ ਅੰਮ੍ਰਿਤ ਪੀਂਦਾ ਹੀ ਹੈ ਤੇ ਉਹੀ ਉਹ ਅੰਮ੍ਰਿਤ ਫਿਰ ਬਾਹਰੋਂ ਤਿਆਰ ਕਰਕੇ ਸੰਤ ਤੋਂ ਸਿਪਾਹੀ ਬਣਾਏ ਜਾਂਦੇ। ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਵੀ ਜੇ ਪਹਿਲਾਂ ਅਸੀਂ ਸੰਤ ਨਹੀਂ ਬਣੇ ਤੇ ਫਿਰ ਅਸੀਂ ਸਿਪਾਹੀ ਵੀ ਨਹੀਂ ਬਣ ਸਕਦੇ। ਜੇ ਹੁਣ ਜੀਵ ਪਹਿਲਾਂ ਸੰਤ ਨਹੀਂ ਬਣਿਆ ਤੇ ਉਹਦੇ ਅੰਦਰ ਤਾਂ ਵੈਰ ਵਿਰੋਧ, ਉਹਦੇ ਅੰਦਰ ਈਰਖਾ ਨਫ਼ਰਤ ਹੈ, ਉਹਦੇ ਅੰਦਰ ਹੰਕਾਰ ਹੈ। ਫਿਰ ਜੇ ਉਹਨੂੰ ਸ਼ਾਸਤਰ ਦੇ ਦਿਆਂਗੇ ਤੇ ਉਹ ਹੰਕਾਰ ਦੇ ਵਿੱਚ ਪਤਾ ਨਹੀਂ ਕਿਹਦੇ ਮਾਰੇ ਉਹ ਨੁਕਸਾਨ ਕਰੇਗਾ ਦੂਸਰੇ।
ਕਿਉਂਕਿ ਉਹਦੇ ਅੰਦਰ ਵੈਰ ਵਿਰੋਧ ਹੈ, ਅਤੇ ਵੈਰ ਵਿਰੋਧ 'ਚ ਆ ਕੇ ਉਹਨੇ ਧੜਾ ਬਣਾ ਲੈਣਾ, ਧੜਿਆਂ 'ਚ ਵੰਡਿਆ ਜਾਏਗਾ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਬਈ ਖਾਲਸਾ ਇਕੱਲਾ ਬਾਹਰੀ ਪਹਿਰਾਵੇ ਦਾ ਨਾਂ ਨਹੀਂ, ਸਾਡੇ ਮਨ ਨੇ ਖਾਲਸਾ ਬਣਨਾ। ਫਿਰ ਖਾਲਸੇ ਬਣ ਕੇ ਉਹਨੇ ਇਹ ਨਗਰੀ ਦੇ ਉੱਤੇ, ਦੇਸ਼ ਦੇ ਉੱਤੇ ਰਾਜ ਕਰਨਾ। ਇਹ ਤਾਈਓਂ ਫਿਰ ਮਹਾਰਾਜ ਕਹਿੰਦੇ ਵੀ ਐਸਾ ਜਿਹੜਾ ਖਾਲਸਾ ਹੈ, ਉਹ ਖਾਲਸਾ ਕਿਹਦਾ ਹੈ? ਪਰਮਾਤਮਾ ਦਾ, ਵਾਹਿਗੁਰੂ ਦਾ। ਤਾਈਓਂ ਆਪਾਂ ਜਦੋਂ ਫਤਿਹ ਬੁਲਾਉਂਦੇ ਹਾਂ, ਉਦੋਂ ਆਪਾਂ ਕਹਿੰਦੇ ਵੀ ਖਾਲਸਾ ਜਿਹੜਾ ਉਹ ਵਾਹਿਗੁਰੂ 'ਚ। ਇਹ ਫਿਰ ਇਹ ਜਿਹੜਾ ਯੁੱਧ ਇਹਨਾਂ ਦੇ ਨਾਲ, ਕਿਉਂਕਿ ਸਾਡਾ ਮਨ ਪਹਿਲਾਂ ਸੁੱਤਾ ਹੋਇਆ, ਨਖਾਲਸ ਹੋਇਆ ਹੋਇਆ। ਹੁਣ ਇਹ ਨਹੀਂ ਚਾਹੁੰਦੇ ਵੀ ਸੁੱਤਾ ਹੋਇਆ ਮਨ ਜਾਗੇ, ਕਿਉਂਕਿ ਰਾਜ ਇਹਨਾਂ ਦੇ ਹੱਥੇ ਆਇਆ ਪੰਜਾਂ 'ਚ। ਹੁਣ ਇਹ ਚਾਹੁੰਦੇ ਵੀ ਮਨ ਸੁੱਤਾ ਹੀ ਰਹੇ, ਭਰਮ ਦੇ ਵਿੱਚ ਹੀ ਰਹੇ। ਅਤੇ ਜਦੋਂ ਫਿਰ ਅਸੀਂ ਜਾਗਣ ਵਾਸਤੇ ਯੁੱਧ ਕਰਦੇ, ਫਿਰ ਜਦੋਂ ਯੁੱਧ ਕਰਦੇ ਹਾਂ ਅਤੇ ਮਾਲਕ ਦੀ ਜਦੋਂ ਸਾਡੇ 'ਤੇ ਕਿਰਪਾ ਹੁੰਦੀ, ਅਤੇ ਫਿਰ ਇਹ ਯੁੱਧ ਦੇ ਉੱਤੇ ਫਤਿਹ ਪਾਈ ਜਾਂਦੀ। ਫਿਰ ਤਾਂ ਕਰਕੇ ਕਹਿੰਦੇ ਹਾਂ ਵੀ ਫਤਿਹ ਵੀ ਕਿਹਦੀ ਕਿਰਪਾ ਨਾਲ ਹੋਈ? ਵਾਹਿਗੁਰੂ ਦੀ ਕਿਰਪਾ ਨਾਲ। ਤਾਈਓਂ ਫਿਰ ਆਪਾਂ ਜਿਹੜਾ ਇਹ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਖਾਲਸਾ ਜਿਹੜਾ ਇਹ ਕਿਸੇ ਹੋਰ ਦਾ ਨਹੀਂ, ਵਾਹਿਗੁਰੂ ਦਾ। ਇਹ ਜਿਹੜੀ ਫਤਿਹ ਹੋਈ, ਇਹ ਮੋਰਚਾ ਫਤਿਹ ਹੋਇਆ, ਜਿਹੜਾ ਇਹ ਨਖਾਲਸ ਤੋਂ ਖਾਲਸਾ ਹੋਇਆ, ਇਹ ਫਤਿਹ ਵੀ ਵਾਹਿਗੁਰੂ ਦੀ ਹੋਈ, ਕਿਉਂਕਿ ਉਹਦੀ ਜੇ ਕਿਰਪਾ ਨਾ ਹੁੰਦੀ ਤਾਂ ਅਸੀਂ ਇਹ ਜੰਗ ਨੂੰ ਜਿੱਤ ਹੀ ਨਹੀਂ ਸਕਦੇ। ਇਸ ਵਾਸਤੇ ਫਿਰ ਉਦੋਂ ਕਹਿੰਦੇ ਵੀ ਖਾਲਸਾ ਰਾਜ, ਖਾਲਸੇ ਦਾ ਰਾਜ। ਜਦੋਂ ਖਾਲਸੇ ਦਾ ਰਾਜ ਹੁੰਦਾ, ਫਿਰ ਸਾਰੀ ਪ੍ਰਜਾ ਸਿਮਰਨ ਕਰਦੀ, ਫਿਰ ਸਾਰੇ ਮਾਲਕ ਦੇ ਗੁਣ ਗਾਉਂਦੀ। ਜਦੋਂ ਕੂੜ ਦਾ ਰਾਜ ਹੁੰਦਾ, ਕੂੜ ਦੇ ਰਾਜ ਦੇ ਵਿੱਚ ਜਿਹੜੇ ਸਿਮਰਨ ਕਰਦੇ ਵੀ ਹੈ, ਉਹਨਾਂ ਦੀ ਵਿਰੋਧਤਾ ਹੁੰਦੀ। ਜਿਵੇਂ ਮਹਾਰਾਜ ਨੇ ਭਵਿੱਖਬਾਣੀ ਕੀਤੀ ਵੀ ਆਉਣ ਵਾਲਾ ਸਮਾਂ ਜਿਹੜਾ ਕਲਯੁੱਗ ਦਾ, ਵੀ ਕਿੱਦਾਂ ਦਾ ਹੋਏਗਾ, ਕਿੱਦਾਂ ਜੀਵ ਕਿੰਨੇ ਨਾਸਤਕ, ਕਿੰਨੇ ਮਨਮੁਖ ਹੋ ਜਾਣਗੇ। ਜਿਵੇਂ ਹੁਣ ਤਾਂ ਆਪਾਂ ਨੂੰ ਹਜੇ ਕੋਈ ਇੰਨੀ ਰੋਕ ਟੋਕ ਨਹੀਂ ਹੈ, ਆਪਾਂ ਸਿਮਰਨ ਜਿਵੇਂ ਮਰਜ਼ੀ ਘਰੇ ਬੈਠ ਕੇ ਕਰ ਲਓ, ਗੁਰਬਾਣੀ ਪੜ੍ਹ ਲਓ, ਜਿੱਥੇ ਮਰਜ਼ੀ ਆਪਾਂ ਸੰਗਤ ਕਰ ਲਓ। ਪਰ ਅੱਗੇ ਆਉਣ ਵਾਲਾ ਸਮਾਂ ਜਿਹੜਾ ਉਹ ਇੰਨਾ ਭਿਆਨਕ ਹੋ ਜਾਏਗਾ ਵੀ ਸਮੇਂ ਦੀਆਂ ਸਰਕਾਰਾਂ ਉਹ ਨਾਮ ਰੱਖ ਦੇਣਗੀਆਂ ਵੀ ਜੇ ਕੋਈ ਜੀਵ ਸਿਮਰਨ ਕਰਦਾ ਹੋਇਆ ਉਹਨੂੰ ਫੜਾਏਗਾ, ਉਹਨੂੰ ਇਨਾਮ ਦਿੱਤਾ ਜਾਏਗਾ। ਜੇ ਕੋਈ ਧਾਰਮਿਕ ਗ੍ਰੰਥ ਘਰ ਦੇ ਵਿੱਚ ਕਿਸੇ ਦੇ ਹੈਗਾ, ਜੇ ਕੋਈ ਉਹ ਪੜ੍ਹਦਾ, ਜਿਹੜਾ ਵੀ ਕੋਈ ਉਹਦੀ ਇਤਲਾਹ ਦੇਵੇਗਾ, ਜਿਹੜਾ ਵੀ ਉਹਨੂੰ ਫੜਾਏਗਾ, ਉਹਨੂੰ ਇਨਾਮ ਦਿੱਤਾ ਜਾਏਗਾ। ਇਹ ਜੀਵ ਇੰਨੇ ਲੋਭੀ ਹੋ ਜਾਣਗੇ, ਪਰਿਵਾਰ ਦੇ ਮੈਂਬਰ ਹੀ ਵਿੱਚੋਂ ਫੜਾਇਆ ਕਰਨਗੇ ਜਾ ਕੇ ਵੀ ਇਹ ਕੀ ਕਰਦਾ ਸੀ ਜੀ? ਇਹ ਸਿਮਰਨ ਕਰਦਾ ਸੀ ਜੀ। ਇਹ ਕੀ ਕਰਦਾ ਸੀ? ਇਹ ਗੁਰਬਾਣੀ ਪੜ੍ਹਦਾ ਸੀ ਜੀ। ਮਹਾਰਾਜ ਕਹਿੰਦੇ ਫਿਰ ਉਹਨਾਂ ਜੀਵਾਂ ਜਿਹੜੇ ਗੁਰਮੁਖ ਨਾਮ ਜਪਣਗੇ, ਉਹਨਾਂ ਦੀ ਦੂਰ ਦੂਰ ਤੱਕ ਜੀਵ ਬਦਨਾਮੀ ਕਰ ਦੇਣਗੇ। ਉਹਨਾਂ ਨੂੰ ਫਿਰ ਸਜ਼ਾਵਾਂ ਦੇਣਗੇ ਵੀ ਇਹ ਕੀ ਕਰਦਾ ਸੀ? ਇਹ ਨਾਮ ਜਪਦਾ ਸੀ ਜੀ। ਜਾਣੀ ਦੀ ਜਿਵੇਂ ਹੁਣ ਆਪਾਂ ਕਹਿੰਦੇ ਵੀ ਕੋਈ ਮਾੜਾ ਕੰਮ ਕਰਦਾ, ਇਹ ਜੀਵ ਉਹਦੀ ਬਦਨਾਮੀ ਕਰਦੇ। ਆਉਣ ਵਾਲਾ ਸਮਾਂ ਇੱਦਾਂ ਦਾ ਹੋਏਗਾ, ਜੇ ਕੋਈ ਚੰਗਾ ਕਰੇਗਾ ਉਹਦੀ ਬਦਨਾਮੀ ਕਰਨਗੇ। ਮਹਾਰਾਜ ਇਸ ਅਵਸਥਾ 'ਚ ਫਿਰ ਕਹਿੰਦੇ ਜੇ ਕੋ ਸਤ ਕਰੇ ਧਨ ਸੀਜੇ, ਤਪ ਕਰ ਤਪ ਨਾ ਹੋਈ। ਜੇ ਕੋ ਨਾਉ ਲਏ ਬਦਨਾਮੀ, ਕਲ ਕੇ ਲੱਖਣ ਹੀ। ਬਈ ਇਹ ਕਲਯੁੱਗ ਦੇ ਲੱਛਣ ਨੇ। ਬਈ ਜਿਹੜੇ ਸਥਾਨ ਅਸੀਂ ਬਣਾਏ ਨੇ, ਬਈ ਜਿੱਥੇ ਮਾਲਕ ਦਾ ਨਾਮ ਲਿਆ ਜਾਵੇ, ਜਿੱਥੇ ਸਿਮਰਨ ਕੀਤਾ ਜਾਵੇ, ਆਉਣ ਵਾਲੇ ਸਮੇਂ ਵਿੱਚ ਇਹ ਨਹੀਂ ਹੋਏਗਾ। ਤਪ ਕਰ ਤਪ ਨਾ ਹੋਈ। ਵੀ ਜਿਹੜੇ ਘਰ ਬਣਾਏ ਤਪ ਕਰਨ ਨੂੰ, ਸਿਮਰਨ ਭਗਤੀ ਕਰਨ, ਉੱਥੇ ਸਿਮਰਨ ਹੋਏਗਾ ਹੀ ਨਹੀਂ, ਕਰਨੀ ਨਹੀਂ ਦੇਣਗੇ। ਜੇ ਕੋਈ ਨਾਉ ਜਪੇਗਾ ਤੇ ਉਹਦੀ ਬਦਨਾਮੀ ਕਰ ਦੇਣਗੇ। ਜੇ ਕੋਈ ਨਾਉ ਲਏ ਬਦਨਾਮੀ,
ਵੀ ਇਹ ਕੀ ਕਰਦਾ ਸੀ, ਇਹ ਤਾਂ ਸਿਮਰਨ ਕਰਦਾ ਸੀ, ਤੇ ਦੂਰ ਦੂਰ ਤੱਕ ਉਹਦੀ ਬਦਨਾਮੀ ਕਰ ਦੇਣਗੇ। ਮਹਾਰਾਜ ਕਹਿੰਦੇ ਵੀ ਇਹ ਤਾਂਹੀਓ ਹੋਏਗਾ ਜੇ ਕਿਉਂਕਿ ਖਾਲਸੇ ਦਾ ਰਾਜ ਨਾ ਆਇਆ, ਸਾਡਾ ਮਨ ਨਾ ਜਾਗਿਆ। ਜੇ ਕੂੜ ਦਾ ਰਾਜ ਹੀ ਚੱਲਦਾ ਰਹੇ ਇਸੇ ਤਰ੍ਹਾਂ ਹੀ, ਤੇ ਇੱਦਾਂ ਦੇ ਹਾਲਾਤ ਅੱਗੇ ਦੀ ਅੱਗੇ ਹੁੰਦੇ ਜਾਣਗੇ। ਔਰ ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਸੁੱਤੇ ਨਾ ਰਹੋ, ਤੁਸੀਂ ਜਾਗੋ, ਤੁਸੀਂ ਨਖਾਲਸ ਨਾ ਰਹੋ, ਤੁਸੀਂ ਖਾਲਸੇ ਬਣੋ। ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਖਾਲਸਾ ਸਾਡਾ ਮਨ ਫੇਰ ਹੀ ਬਣੇਗਾ ਜੇ ਜਾਗੇਗਾ। ਇਹ ਜਾਗੇਗਾ ਤਾਂ ਜੇ ਹੁਣ ਅਸੀਂ ਸਿਮਰਨ ਕਰਾਂਗੇ, ਤਾਂ ਉੱਦਾਂ ਤਾਂ ਇਹਨੇ ਜਾਗਣਾ ਨਹੀਂ। ਇਉਂ ਮਹਾਰਾਜ ਫਰਮਾਉਂਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਆਹੋ ਹੁਣ ਅਸੀਂ ਕਿਵੇਂ ਮਨ ਨੂੰ ਜਗਾਉਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਸਿਮਰਨ ਅਭਿਆਸ ਦੱਸ ਰਹੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
वाहिगुरु जी का खालसा वाहिगुरु जी की फतेह। इस तरीके नाल गुरमुख प्यारिओ ज्यों ज्यों आपां इह सिमरन करदे साडे मन ते जिहड़ी मैल लगी हुंदी है मैल उतरदी है। ज्यों ज्यों साडे मन दी मैल उतरेगी फिर ही इहने खालसा बनना। जे मन मैला है फिर तो इह नखालस होया होया। इस वास्ते फिर सानू समझाउंदे भी पहला मन नूं शुद्ध करो, मन नूं धोवो। हुण मन नूं धोण वास्ते सिमरन है ते सत संगत। सत संगत करके साडे मन की मैल उतरदी, सिमरन करके साडे मन की मैल उतरदी। फिर ज्यों ज्यों असीं ये अभ्यास करते जावांगे मन की मैल उतरती जाएगी। तो जदों असीं फिर अंदरों नाम दे नाल जुड़ जाएंगे, साडे अंदर नाद प्रगट हो जाएगा, असीं उहदे नाल जुड़ जाएंगे तो फिर साडा मन बिल्कुल शुद्ध हो जाएगा। फिर इहदे ते कोई मैल नहीं रहनी, फिर इहने पूरा पवित्र ते निर्मल हो जाना। इं महाराज कहते भी साडे अंदर एक वस्तु है नाम, जे तो असीं उहनूं बुझ लिया, असीं उहदे नाल जुड़ गए, फिर तो असीं पाक हो गए, पवित्र। जे असीं उहनूं नहीं बुझिया फिर असीं सदा मैले, बाहरी असीं जो मर्जी जिन्ना मर्जी सोहना पहरावा पाई फिरीए। महाराज फरमाउंदे एक वस्तु बूझे तां तू होवे पाक, बिन बूझे तू सदा न पाक। बई एक वस्तु है साडे अंदर नाम, नाद, शब्द गुरु। जे तां असीं उहदे नाल जुड़ गए, उहनूं बुझ लिया तो असीं पाक हो गए। जे उहनूं नहीं बुझिया तो महाराज कहंदे सदा न पाक, सदा मैला। इस वास्ते हुण आपां कोशिश करनी वाधो वध सिमरन करके अंतरमुखी होना, सही दे विच जाना ते उह नाम नूं सुणना, उह नाम दे नाल जुड़ना। ਉਹਦੇ वास्ते हुण ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਦੇ ਰਹਿਣਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ ਸਹੀ ਦੇ ਨਾਲ ਵਿਚਾਰਨਾ, ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਅਸੀਂ ਸਤਸੰਗਤ ਕਰਨੀ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਣੇ ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਵੀ ਕਿਵੇਂ ਸਾਡੇ ਜਿਹੜੇ ਮਨ ਨੇ ਨਖਾਲਸ ਹੋਏ ਨੇ ਤੇ ਕਿਵੇਂ ਨਖਾਲਸ ਤੋਂ ਫਿਰ ਇਹਨਾਂ ਨੇ ਖਾਲਸੀ ਬਣਨਾ। ਜਦੋਂ ਮਨ ਖਾਲਸ ਹੋ ਜਾਏਗਾ ਤੇ ਉਦੋਂ ਕਹਿੰਦੇ ਵੀ ਖਾਲਸਾ ਰਾਜ। ਹੁਣ ਜੇ ਮਨ ਸੁੱਤਾ ਹੈ ਨਖਾਲਸ ਹੋਇਆ ਤਾਂ ਭਿਖਾਰੀ ਮੰਗਣ ਕੇ ਮੰਗਦਾ ਫਿਰਦਾ ਤੇ ਮੰਗਦਾ ਵੀ ਆਪਦੇ ਵਾਸਤੇ, ਦੂਜੇ ਵਾਸਤੇ, ਸਰੀਰ ਵਾਸਤੇ, ਮਿੱਥੇ ਹੋਏ ਵਾਸਤੇ ਮੰਗੀ ਜਾਂਦਾ। तो फिर असीं आखिए खालसा जी, खालसा कहदा खालसा तो मन ने बनना है। तो खालसा किसी बंदे का नहीं, फिर वो अकाल पुरख का। इं फिर उन्होंने कहते भी अकाल पुरख की फौज जिहड़े खालसे, खालसा अकाल पुरख की फौज, प्रगटे हो खालसा परमात्मा की मौज। सो इस वास्ते फिर ਉਹ ਮਨ ਖਾਲਸੇ ਨੇ ਜਿਨ੍ਹਾਂ ਨੇ ਸ਼ਬਦ ਗੁਰੂ ਦੇ ਨਾਲ ਸੁਰਤੀ ਨੂੰ ਜੋੜ ਲਿਆ, ਜਿਹੜੇ ਸ਼ੁੱਧ ਹੋ ਗਏ ਉਹਨਾਂ ਨੂੰ ਕਹਿੰਦੇ ਵੀ ਇਹ ਖਾਲਸ। ਇਸ ਵਾਸਤੇ ਹੁਣ ਆਪਾਂ ਨੂੰ ਵੀ ਸਤਿਗੁਰੂ ਖਾਲਸੇ ਕਰਦੇ ਨੇ। ਜੇ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮਾਰਗ 'ਤੇ ਚੱਲਾਂਗੇ ਤੇ ਅਸੀਂ ਵੀ ਖਾਲਸੇ ਬਣ ਜਾਵਾਂਗੇ। ਜੇ ਹੁਣ ਅਸੀਂ ਇਹਨਾਂ ਦਾ ਕਹਿਣਾ ਹੀ ਨਹੀਂ ਮੰਨਾਂਗੇ, ਇਹਨਾਂ ਦੀ ਦੱਸੀ ਹੋਈ ਕਾਰ ਹੀ ਨਹੀਂ ਕਮਾਵਾਂਗੇ, ਫਿਰ ਤਾਂ ਅਸੀਂ ਨਖਾਲਸ ਹੀ ਰਹਿ ਜਾਵਾਂਗੇ। ਸੋ ਇਸ ਵਾਸਤੇ ਫਿਰ ਆਪਾਂ ਗੁਰਬਾਣੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣਾ ਹੁੰਦਾ। ਸੋ ਇੰਨੀਆਂ ਬੇਨਤੀਆਂ ਨੇ। ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।